Anybody? हाँ जी सर। हाँ जी, ਅੱਜ ਸਾਡਾ ਲਾਸਟ ਟੌਪਿਕ ਜਿਹੜਾ ਕਰਿਕੂਲਮ ਦਾ ਹੈਗਾ ਅਸੀਂ ਉਹ ਡਿਸਕਸ ਕਰਨਾ ਹੈ, that is about learning without burden, a report of Yashpal committee which is known as the National Knowledge Commission report 1993। ਨੈਸ਼ਨਲ ਨੌਲੇਜ ਕਮਿਸ਼ਨ ਰਿਪੋਰਟ ਜਿਹੜੀ ਹੈ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਇਹ ਮੰਨਿਆ ਜਾਣਾ ਸ਼ੁਰੂ ਕੀਤਾ ਕਿ there is a too much psychological burden on the adolescents and they are committing suicide under the pressure of competition। ਤਾਂ ਬੱਚਾ ਬ੍ਰੇਕ ਹੋ ਰਿਹਾ ਸਾਈਕੋਲੋਜੀਕਲੀ, ਜੇਕਰ ਉਹ ਸਾਈਕੋਲੋਜੀਕਲੀ ਬ੍ਰੇਕ ਹੋ ਰਿਹਾ ਹੈ ਦੈਟ ਮੀਨ ਵੀ ਆਰ ਨਾਟ ਇੰਪਾਰਟਿੰਗ ਟਰੂ ਐਜੂਕੇਸ਼ਨ। ਬੱਚੇ ਨੂੰ ਅਸੀਂ ਸਿਖਾਉਣ ਲਈ ਸਕੂਲ ਡਿਵੈਲਪ ਕੀਤਾ ਸੀ, ਨਾ ਕਿ ਉਸ ਨੂੰ ਕੋਈ ਪਨਿਸ਼ ਕਰਨ ਦੇ ਲਈ। ਜੇ ਬੱਚੇ ਨੂੰ ਅਸੀਂ ਜਿਹੜਾ ਹੈ ਇਮੋਸ਼ਨਲ ਮੈਨੇਜਮੈਂਟ ਵੀ ਨਹੀਂ ਸਿਖਾ ਪਾ ਰਹੇ ਦੈਟ ਮੀਨ ਵੀ ਆਰ ਫਾਲਟੀ। ਤਾਂ ਉਹਨਾਂ ਦਿਨਾਂ 'ਚ ਗਵਰਨਮੈਂਟ ਨੇ ਇੱਕ ਕਮਿਸ਼ਨ ਐਸਟੈਬਲਿਸ਼ ਕੀਤਾ, ਪ੍ਰੋਫੈਸਰ ਯਸ਼ਪਾਲ। ਆਪਣੇ ਕੋਲ ਸਾਇੰਸ ਦੇ ਕਿੰਨੇ ਸਟੂਡੈਂਟ? ਯਸ਼ਪਾਲ ਸਾਇੰਸ ਦੇ ਬੜੇ ਰਿਨੌਨ ਪ੍ਰੋਫੈਸਰ ਐਮਰੇਟਸ ਰਹੇ ਆ ਇੰਡੀਆ ਦੇ ਵਿੱਚ, ਔਰ ਦੇ ਆਰ ਨੋਨ ਐਜ਼ ਅ ਲਿਵਿੰਗ ਲੀਜੈਂਡ ਐਂਡ ਲਿਵਿੰਗ ਜਿਹੜੀ ਇਨਸਾਈਕਲੋਪੀਡੀਆ ਆਫ ਦੈਟ ਕੈਮਿਸਟਰੀ ਐਂਡ ਫਿਜ਼ਿਕਸ। ਤਾਂ ਉਹਨਾਂ ਦੇ ਅੰਡਰ ਜਿਹੜੀ ਹੈ ਇੱਕ ਕਮੇਟੀ ਬਣਾਈ ਗਈ, ਬਹੁਤ ਵਾਈਜ਼ ਪਰਸਨ ਮੰਨੇ ਜਾਂਦੇ ਸੀ ਕਿ ਅਸੀਂ ਇਹ ਫਾਈਂਡ ਆਊਟ ਕਰੀਏ ਕਿ ਹਾਊ ਵੀ ਕੁਡ ਟਰਾਂਸਫਾਰਮ ਆਵਰ ਸਿਸਟਮ ਫਰੋਮ ਵਿਦ ਦੈਟ ਲਰਨਿੰਗ ਵਿਦਾਊਟ ਬਰਡਨ। ਅਸੀਂ ਲਰਨਿੰਗ ਨੂੰ ਜਿਹੜਾ ਹੈ ਉਸ ਨੂੰ ਬੱਚਿਆਂ ਦੇ ਸਾਈਕੋਲੋਜੀਕਲ ਜਿਹੜਾ ਹੈ ਬੋਝ ਹੈ ਉਸ ਨੂੰ ਕਿਵੇਂ ਘੱਟ ਕਰ ਸਕਦੇ ਹਾਂ। ਤਾਂ ਉਹਨਾਂ ਨੇ ਜਿਹੜੀ ਆਪਣੀ ਰਿਪੋਰਟ ਸਬਮਿਟ ਕੀਤੀ ਅੱਜ ਅਸੀਂ ਉਹਦੇ ਬਾਰੇ 'ਚ ਉਹਦੀਆਂ ਰਿਕਮੈਂਡੇਸ਼ਨ ਨੂੰ ਦੇਖਣਾ ਹੈ। ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਐਡਵਾਈਜ਼ਰੀ ਕਮੇਟੀ ਕਦੋਂ ਕੰਮ ਕਰਨਾ ਸ਼ੁਰੂ ਕਰਦੀ ਹੈ। 1992 ਦੇ ਮਾਰਚ ਦੇ ਵਿੱਚ ਇੱਕ ਨੈਸ਼ਨਲ ਐਡਵਾਈਜ਼ਰੀ ਕਮੇਟੀ ਫਰੇਮ ਕੀਤੀ ਜਾਂਦੀ ਹੈ ਟੂ ਡੀਲ ਵਿਦ ਦਾ ਪ੍ਰੋਬਲਮ ਆਫ ਅਕੈਡਮਿਕ ਬਰਡਨ ਔਨ ਸਟੂਡੈਂਟਸ। ਹਿਊਮਨ ਰਿਸੋਰਸ ਮਿਨਿਸਟਰੀ ਜਿਹੜੀ ਹੈ ਗਵਰਨਮੈਂਟ ਆਫ ਇੰਡੀਆ ਇਹ ਇਸ ਕਮੇਟੀ ਨੂੰ ਜਿਹੜਾ ਹੈ ਇੱਕ term of references ਦਿੰਦੀ ਹੈ ਜਿਹਦੇ ਵਿੱਚ ਲਿਖਿਆ advise on the ways and means to reduce the burden on the school student all at all levels, particularly the students, while improving the quality of learning including the capability of lifelong self learning and skill formation। ਉਹ ਕਹਿੰਦੇ ਆ ਕਿ ਅਸੀਂ ਇਸ ਤਰ੍ਹਾਂ ਦੇ ways ਔਰ means ਸਾਨੂੰ ਸੁਜੈਸਟ ਕਰੇ ਤੁਹਾਡੀ ਕਮੇਟੀ ਜਿਹਦੇ ਵਿੱਚ ਅਸੀਂ ਸਕੂਲ ਸਟੂਡੈਂਟਸ ਜਿਹੜੇ ਸਾਰੇ ਸਕੂਲ ਸਟੂਡੈਂਟਸ ਨੇ ਫਰੋਮ ਨਰਸਰੀ ਟੂ 17 ਈਅਰ ਤੱਕ ਜਿਹੜਾ ਸੈਕੰਡਰੀ ਸਕੂਲ ਦਾ ਸਟੂਡੈਂਟ ਹੈ ਉਹਦੇ ਉੱਪਰ ਅਸੀਂ ਕਿਸ ਤਰ੍ਹਾਂ ਜਿਹੜਾ ਹੈ ਅਕੈਡਮਿਕ ਬਰਡਨ ਹੈ ਉਸ ਨੂੰ ਘੱਟ ਕਰ ਸਕਦੇ ਹਾਂ। ਔਰ ਨਾਲ ਦੀ ਨਾਲ ਉਹਨਾਂ ਨੇ ਇੱਕ ਗੱਲ ਹੋਰ ਕੀਤੀ ਕਿ ਯੰਗ ਸਟੂਡੈਂਟਸ ਜਿਨ੍ਹਾਂ ਨੂੰ ਅਸੀਂ ਐਡੋਲੇਸੈਂਟਸ ਕਹਿੰਦੇ ਹਾਂ, ਐਡੋਲੇਸੈਂਟਸ ਜਿਹੜਾ ਬਹੁਤ ਇਮੋਸ਼ਨਲ ਹੁੰਦਾ ਔਰ ਫਰਸਟ੍ਰੇਸ਼ਨ 'ਚ ਉਹ ਬਹੁਤ ਜਲਦੀ ਬ੍ਰੇਕ ਹੁੰਦਾ ਔਰ ਅਸੀਂ ਉਸ ਦੇ ਉੱਪਰ ਔਰ ਉਹੀ ਜਿਹੜਾ ਐਡੋਲੇਸੈਂਟ ਹੈ ਉਹੀ ਕਮਿਟ ਕਰਦਾ ਹੈ ਸੁਸਾਈਡ। ਤਾਂ ਅਸੀਂ ਕਿਵੇਂ ਉਸ ਜਿਹੜਾ ਹੈ ਸਾਰੇ ਕਾਸੇ ਚੋਂ ਉਸ ਨੂੰ ਬਾਹਰ ਲਿਆ ਸਕਦੇ ਹਾਂ, ਇਸ ਬਾਰੇ ਤੁਸੀਂ ਵੇਜ਼ ਐਂਡ ਮੀਨਸ ਸਾਨੂੰ ਸੁਜੈਸਟ ਕਰਨੇ ਹੈ। ਔਰ ਨਾਲ ਨਾਲ ਉਹਨਾਂ ਨੇ ਇੱਕ ਹੋਰ ਗੱਲ ਕੀਤੀ ਹੈ ਕਿ we want to build that capacity of self learning or that mean we want to promote the self learning। ਅਸੀਂ ਸੈਲਫ ਲਰਨਿੰਗ ਪ੍ਰਮੋਟ ਕਰਨਾ ਚਾਹੁੰਦੇ ਹਾਂ ਬੱਚਿਆਂ ਦੇ ਵਿੱਚ। ਔਰ ਇੱਕ ਜਿਹੜੀ ਚੀਜ਼ ਉਹਦੇ ਵਿੱਚ ਹੋਰ ਉਹਨਾਂ ਨੇ ਕਹੀ ਹੈ ਕਿ we want to develop few skills, necessary skills to survive in world। ਤਾਂ ਉਹ ਕਹਿੰਦੇ ਕਿ ਅਸੀਂ ਬੱਚਿਆਂ 'ਚ ਇਸ ਤਰ੍ਹਾਂ ਦੀਆਂ ਸਕਿੱਲਸ ਜਿਹੜੀਆਂ ਨੇ ਉਹ ਲੈ ਕੇ ਆਉਣਾ ਚਾਹੁੰਦੇ ਹਾਂ ਜਿਹਦੇ ਨਾਲ ਬੱਚਾ ਜਿਹੜਾ ਹੈ ਕਈ ਤਰ੍ਹਾਂ ਦੇ ਜਿਹੜੇ ਆਪਣੇ ਆਪ ਨੂੰ ਬੈਲੈਂਸ ਕਰਨ ਦਾ, ਆਪਣੇ ਆਪ ਨੂੰ ਮੈਨੇਜ ਕਰਨ ਦਾ, ਇੱਕ ਤਾਂ ਫਰਸਟ੍ਰੇਸ਼ਨ ਮੈਨੇਜ ਕਰਨ ਦੀ ਸਕਿੱਲ ਆਉਣੀ ਚਾਹੀਦੀ ਹੈ, ਹਾਊ ਟੂ ਹੈਂਡਲ ਦਾ ਫਰਸਟ੍ਰੇਸ਼ਨ, ਹਾਊ ਟੂ ਹੈਂਡਲ ਵਿਦ ਦੈਟ ਕਨਫਲਿਕਟ ਆਫ ਪ੍ਰੈਸਟੀਜ ਐਂਡ ਈਗੋ, ਹਾਊ ਟੂ ਹੈਂਡਲ ਦੈਟ ਕੰਪੀਟੀਟਿਵ ਵਰਲਡ। ਅਸੀਂ ਉਹ ਸਾਰਾ ਕੁਝ ਬੱਚੇ ਨੂੰ ਸਕਿੱਲ ਸਿਖਾਉਣੀਆਂ ਨੇ ਕਿਉਂਕਿ ਮੈਡ ਰੇਸ ਤਾਂ ਹੈ ਹੀ ਹੈ। ਉਹ ਜਦੋਂ 3 ਇਡੀਅਟ ਦੀ ਓਪਨਿੰਗ ਦੇਖਦੇ ਹੋ, 3 ਇਡੀਅਟ ਦੀ ਓਪਨਿੰਗ ਕਿਸੇ ਨੇ ਦੇਖੀ ਹੈ ਕਿ ਨਹੀਂ? ਕੋਈ ਦੱਸ ਸਕਦਾ ਇਹੋ ਜਿਹਾ ਕੋਈ ਰੇਸ ਬਾਰੇ ਗੱਲ ਹੋ ਰਹੀ ਹੈ ਉਹਦੇ 'ਚ? ਹੈਲੋ, ਇੱਕ ਉਹ ਗਾਣੇ ਤੋਂ ਸ਼ੁਰੂ ਹੁੰਦੀ ਹੈ, ਉਹ ਗਾਣੇ ਦਾ ਥੀਮ ਕੀ ਹੈ? ਤਾਂ ਦੇਖੀ ਹੈ ਪਰ ਹੁਣ ਯਾਦ ਨਹੀਂ ਆ ਰਿਹਾ। ਇੱਕ ਤਾਂ ਗਿਵ ਮੀ ਸਮ ਸਨਸ਼ਾਈਨ ਸੌਂਗ ਹੈ। ਹਾਂਜੀ ਸਰ ਮੈਂ ਕਹਿ ਰਹੀ ਹਾਂ ਕਿ ਇੱਕ ਤਾਂ ਗਿਵ ਮੀ ਸਮ ਸਨਸ਼ਾਈਨ ਕੁਝ ਏਦਾਂ ਦਾ ਸੌਂਗ ਹੈ। ਇਸ ਤਰ੍ਹਾਂ ਦਾ ਸੌਂਗ ਹੈ। ਸੌਂਗ ਦੇ ਵਿੱਚ ਥੀਮ ਕੀ ਦਿੱਤਾ ਗਿਆ? ਉਹ ਕਹਿੰਦੇ ਕਿ ਦੇयर इज अ मैड रेस ਪ੍ਰਿਓਰ ਟੂ ਦਾ ਬਰਥ। ਈਵਨ ਕਹਿੰਦੇ ਆ ਕਿ ਉਹ ਜਿਹੜਾ ਹੈ ਸਵਾਮਸ ਵੀ ਆਪਣੀ ਰੇਸ ਲਗਾਉਂਦੇ ਆ ਤੇ ਉਸ ਤੋਂ ਬਾਅਦ ਕੋਈ ਇੱਕ ਬੈਸਟ ਸਕਸੀਡ ਕਰਦਾ ਔਰ ਉਸ ਤੋਂ ਬਾਅਦ ਕਹਿੰਦੇ ਕੋਈ ਪਤਾ ਨਹੀਂ ਕੌਣ ਕੀ ਬਣੇਗਾ। ਜਿਵੇਂ ਕਹਿੰਦੇ ਆਂਡੇ ਨੂੰ ਨਹੀਂ ਪਤਾ ਕਿ ਉਹ ਚਿਕਨ ਬਣੇਗਾ ਕਿ ਜਾਂ ਉਸ ਤੋਂ ਪਹਿਲਾਂ ਫਰਾਈ ਹੋ ਜਾਏਗਾ, ਜਾਂ ਉਹ ਕਹਿੰਦੇ ਆ ਕਿ ਕਿਸੇ ਨੂੰ ਨਹੀਂ ਪਤਾ ਬਰਥ ਤੋਂ ਬਾਅਦ ਉਸ ਦੇ ਨਾਲ ਕੀ ਹੋਣ ਵਾਲਾ ਹੈ। ਪਰ ਇੱਕ ਰੇਸ ਹੈ, ਸਾਰੀ ਦੁਨੀਆ ਦੌੜ ਰਹੀ ਹੈ। ਤਾਂ ਅਸੀਂ ਵੀ ਉਸੇ ਲਾਈਫ ਦੇ ਵਿੱਚ ਆ। ਤਾਂ ਉਹ ਕਹਿੰਦੇ ਕਿ ਇਸ ਰੇਸ ਵਾਲੇ ਵਰਲਡ ਦੇ ਵਿੱਚ ਜਿੱਥੇ ਕੱਟ ਥਰੋਟ ਕੰਪੀਟੀਸ਼ਨ ਹੈ, ਹਾਊ ਟੂ ਮੈਨੇਜ ਆਲ ਦਾ ਥਿੰਗਸ। ਪਹਿਲਾ ਕੰਪੀਟੀਸ਼ਨ ਨੂੰ ਕਿਵੇਂ, ਪ੍ਰੈਸ਼ਰ ਨੂੰ ਕਿਵੇਂ ਮੈਨੇਜ ਕਰਨਾ ਹੈ। ਦੂਸਰਾ ਜਿਹੜਾ ਤੁਹਾਡੇ ਅੰਦਰ ਫਰਸਟ੍ਰੇਸ਼ਨ ਆਉਂਦੀ ਹੈ ਡਿਊ ਟੂ ਫੇਲਿਅਰਸ, ਅਕੈਡਮਿਕ ਫੇਲਿਅਰਸ ਹੁੰਦੇ ਆ ਤਾਂ ਬੱਚਾ ਜਿਹੜਾ ਮੈਚਿਓਰ ਨਹੀਂ ਹੈ
ਇਮੋਸ਼ਨਲ ਮੈਚਿਓਰਿਟੀ ਨਹੀਂ ਹੈ ਉਹਦੇ ਵਿੱਚ, ਫਰਸਟ੍ਰੇਸ਼ਨ ਉਹਨੇ ਦੇਖੀ ਨਹੀਂ ਹੈ, that person was first time facing that failures, ਤਾਂ ਉਹ ਬ੍ਰੇਕ ਹੋ ਜਾਂਦਾ ਔਰ ਉਸ ਤੋਂ ਬਾਅਦ ਉਹ ਸੁਸਾਈਡ ਕਮਿਟ ਕਰਨ ਲਈ ਬਹੁਤ ਜਲਦੀ ਫਾਈਨਲ ਡਿਸੀਜਨ ਤੇ ਪਹੁੰਚ ਜਾਂਦਾ। ਤਾਂ ਹਾਊ ਟੂ ਡਿਵੈਲਪ ਦੋਜ਼ ਸਕਿੱਲਸ ਅਮੰਗ ਆਵਰ ਸਟੂਡੈਂਟਸ, ਤਾਂ ਇਸ ਵਾਸਤੇ ਤੁਸੀਂ ਸੁਜੈਸਟ ਕਰਨਾ ਹੈ। ਤਾਂ ਇਹ ਸਾਰੇ ਕਾਸੇ ਨੂੰ ਵਿਜ਼ਨ ਚ ਰੱਖ ਕੇ ਕਮੇਟੀ ਕੰਮ ਕਰਦੀ ਹੈ। ਔਰ ਜਿਹੜੀ ਕਮੇਟੀ ਦੀ ਕੰਪੋਜੀਸ਼ਨ ਹੈ, ਸਕੂਲ ਹੈ, ਇਟ ਇਜ਼ ਨਾਟ ਅ ਜੋਇਫੁਲ, ਉਹਨਾਂ ਵਾਸਤੇ ਕੋਈ ਅਪੀਲ ਨਹੀਂ ਹੈ। they are not eager to join the school। ਮਾਰਨਿੰਗ ਚ ਜਦੋਂ ਅਸੀਂ ਬੱਚੇ ਨੂੰ ਭੇਜਣਾ ਚਾਹੁੰਦੇ ਆ ਤਾਂ ਛੋਟੇ ਬੱਚੇ ਬਹੁਤ ਰੋਂਦੇ ਆ। ਦੇਖੋ ਕਾਰਨ ਕੀ ਹੈ ਕਿ there is no attraction। ਸਾਡੇ ਈਵਨ ਕਿ ਸਕੂਲਾਂ ਦੇ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਦੇ ਤਾਂ ਕੈਂਪਸ ਵੀ ਇੰਨੇ ਬੋਰ ਔਰ ਇੰਨੇ ਖਸਤਾ ਨੇ ਕਿ ਬੱਚੇ ਲਈ ਉਹਦੇ ਵਿੱਚ ਕੁਝ ਅਟਰੈਕਸ਼ਨ ਨਹੀਂ ਹੈ, ਕੋਈ ਚਾਰਮ ਨਹੀਂ ਹੈ। ਦੈਨ ਅਬਿਲਿਟੀ ਦੀ ਗੱਲ ਇੱਥੇ ਨਹੀਂ ਹੋ ਰਹੀ ਹੈ। ਇੱਥੇ ਉਹ ਤੁਸੀਂ 3 ਇਡੀਅਟ ਵਾਲਾ ਫਿਰ ਮੈਨੂੰ ਯਾਦ ਆ ਜਾਂਦਾ। ਕੁਝ ਮੂਵੀਜ਼ ਜਿਹੜੀਆਂ ਨੇ ਨਾ ਟੀਚਰ ਨੂੰ ਆਪਣੇ ਉਹਦੇ 'ਚ ਰੱਖਣੀਆਂ ਚਾਹੀਦੀਆਂ ਹਰ ਟਾਈਮ ਆਪਣੇ ਲਾਇਬ੍ਰੇਰੀ 'ਚ। ਇੱਕ ਤਾਂ ਉਹ ਜੋ ਤਾਰੇ ਜ਼ਮੀਨ ਪਰ, ਠੀਕ ਹੈ, ਔਰ ਇੱਕ ਜਿਹੜੀ 3 ਇਡੀਅਟ ਹੈ, ਇਹ ਦੋ ਤਾਂ ਸਾਨੂੰ ਆਪਣੇ ਨਾਲ ਹਮੇਸ਼ਾ ਲੈ ਕੇ ਚੱਲਣੀਆਂ ਚਾਹੀਦੀਆਂ ਨੇ। ਉਹਦੇ ਵਿੱਚ ਉਹ ਕੀ ਕਰਦਾ ਹੈ ਕਿ ਦੇਖਿਆ ਹੋਏਗਾ ਤੁਸੀਂ, ਇੱਕ ਲੜਕਾ ਹੈ ਜਿਹੜਾ ਉਹ ਬੜਾ ਰੱਟੂ ਹੈ, ਉਹ ਇੱਕ ਇਨਸੀਡੈਂਟ ਵੀ ਆਉਂਦਾ ਟੀਚਰ ਡੇ ਤੇ, ਉਹ ਬਲਾਤਕਾਰ ਔਰ ਚਮਤਕਾਰ ਦਾ ਜਿਹੜਾ ਕੰਬੀਨੇਸ਼ਨ ਹੈ। ਤਾਂ ਉਹ ਕਹਿੰਦੇ ਕਿ ਵੀ ਆਰ ਜਸਟ ਬੇਸਡ ਔਨ ਦੈਟ ਅਬਿਲਿਟੀ ਟੂ ਰੀਪਰੋਡਿਊਸ। ਅਸੀਂ ਇਹ ਦੇਖਦੇ ਹਾਂ ਕਿ ਰੱਟਾ ਲਗਾ ਕੇ ਕਿੰਨਾ ਦੁਬਾਰਾ ਰੀਪਰੋਡਿਊਸ ਕਰ ਸਕਦਾ ਹੈ। ਦੇਰ ਇਜ਼ ਨੋ ਫੋਕਸ ਔਨ that actual ability of the child, we are just depends upon memorizing power ਕਿੰਨੀ ਹੈ, ਉਸ ਦੇ ਨਾਲ ਅਸੀਂ ਬੱਚੇ ਦੀ ਜਿਹੜੀ ਰੇਟਿੰਗ ਹੈ ਉਹ ਕਰਦੇ ਹਾਂ। ਅਗਲੀ ਗੱਲ ਉਹ ਕਹਿੰਦੇ ਆ ਕਿ ਐਗਜ਼ਾਮੀਨੇਸ਼ਨ ਸਿਸਟਮ ability to apply the information। ਜਿਹੜਾ ਐਗਜ਼ਾਮੀਨੇਸ਼ਨ ਸਿਸਟਮ ਹੈ ਉਹ ਇਹ ਨਹੀਂ ਦੇਖਦਾ ਕਿ ਉਹ ਕੁਝ ਪ੍ਰੋਡਿਊਸ ਕਰ ਸਕਦੇ ਆ ਕਿ ਨਹੀਂ, they are able to apply the learned knowledge or not, ਠੀਕ ਹੈ। ਔਰ ਜਦੋਂ ਅਸੀਂ 3 ਇਡੀਅਟ ਦਾ ਲਾਸਟ ਸੀਨ ਕੀ ਹੈ 3 ਇਡੀਅਟ ਦਾ ਬਈ, ਜਿੱਥੇ ਕਲੋਜ਼ ਹੁੰਦੀ ਹੈ ਫਿਲਮ, ਉਹਦੇ ਚ ਕੀ ਐਪਲੀਕੇਸ਼ਨ ਨਾਲ ਜੁੜਿਆ ਹੋਇਆ ਹੈ? ਉਹੀ ਦਿਖਾਉਂਦੇ ਆ ਕਿ ਉਹ ਬਹੁਤ ਜ਼ਿਆਦਾ ਸਕਸੈਸਫੁਲ ਹੋ ਜਾਂਦਾ ਹੈ, ਕਿ ਇੱਕ ਰੱਟਾ ਨਹੀਂ ਰਹਿ ਜਾਂਦਾ, ਬੰਦਾ ਆਪਣੇ ਐਕਸਪੀਰੀਅੰਸਿਸ ਤੋਂ ਵੀ ਬਹੁਤ ਜ਼ਿਆਦਾ ਸਿੱਖ ਜਾਂਦਾ ਹੈ। ਹਾਂਜੀ ਸਰ, ਜਦੋਂ ਸਾਇੰਟਿਸਟ ਬਣ ਜਾਂਦਾ ਹੈ। ਸਾਇੰਟਿਸਟ ਤੋਂ ਪਹਿਲਾਂ ਜਦੋਂ ਉਹ ਹੋਸਟਲ ਛੱਡਦੇ ਆ, ਇੱਕ ਜਿਹੜਾ ਹੈ ਡਿਲੀਵਰੀ ਦਾ ਸੀਨ ਹੈ ਜਿਹਦੇ ਵਿੱਚ ਉਹ ਆਪਣੀ ਲਰਨਡ ਨੌਲੇਜ ਨਾਲ ਔਨ ਦਾ ਸਪੌਟ ਕੁਝ ਗੈਜਟਸ ਜਿਹੜੇ ਨੇ ਉਹ ਡਿਵੈਲਪ ਕਰਦੇ ਆ। ਔਰ ਉਸ ਤੋਂ ਪਹਿਲਾਂ ਜਦੋਂ ਡੈਥ ਹੁੰਦੀ ਹੈ ਇੱਕ ਲੜਕੇ ਦੀ, ਤਾਂ ਆਮਿਰ ਖਾਨ ਜਿਹੜਾ ਉਹਦੇ ਵੱਲੋਂ ਪਾਰਸ਼ਲੀ ਕੰਪਲੀਟਡ ਪ੍ਰੋਜੈਕਟ ਹੈ ਉਸ ਨੂੰ ਕੰਪਲੀਟ ਕਰਦਾ ਹੈ। ਔਰ ਉਸ ਤੋਂ ਇਮੀਡੀਏਟ ਬਾਅਦ ਰੇਨ ਹੁੰਦੀ ਹੈ। ਰੇਨ ਤੋਂ ਬਾਅਦ ਜਿਹੜਾ ਅਗਲਾ ਸੀਨ ਆਉਂਦਾ ਹੈ ਉਹਦੇ ਵਿੱਚ ਉਹਨਾਂ ਨੂੰ ਜਿਹੜਾ ਹੈ ਇੱਕ ਵੈਕਿਊਮ ਪ੍ਰੈਸ਼ਰ ਚਾਹੀਦਾ ਹੈ, ਕੁਝ ਇਸ ਤਰ੍ਹਾਂ ਦੇ ਇਨਵਰਟਰ ਜਿਹੜਾ ਹੈ ਉਹ ਬਣਾਉਂਦੇ ਨੇ, ਔਰ ਉਹ ਹੈ ਐਪਲੀਕੇਸ਼ਨ ਆਫ ਜਿਹੜਾ ਲਰਨਡ। ਐਂਡ ਲਾਸਟ ਦੇ ਵਿੱਚ ਜਦੋਂ ਕਲੋਜ਼ਿੰਗ ਆਉਂਦੀ ਹੈ ਤਾਂ ਕਲੋਜ਼ਿੰਗ 'ਚ ਤੁਸੀਂ ਇੱਕ ਸਕੂਲ ਦੇਖਦੇ ਹੋ ਜਿਹਦੇ ਵਿੱਚ ਬੱਚੇ ਜਿਹੜੇ ਹੈਗੇ ਆ ਜੋ ਕੁਝ ਉਹਨਾਂ ਨੇ ਐਕਚੁਅਲ ਲਰਨ ਕੀਤਾ ਉਹ ਉਹਨਾਂ ਨੂੰ ਇੰਪਲੀਮੈਂਟ ਕਰਨਾ ਸਿਖਾਇਆ ਜਾਂਦਾ। ਕੋਈ ਉਹ ਸਾਈਕਲ ਦੇ ਨਾਲ ਇਲੈਕਟ੍ਰਿਸਿਟੀ ਜਨਰੇਟ ਕਰਕੇ, ਕੋਈ ਉਹ ਹੇਅਰ ਕਟਿੰਗ ਦਾ ਗੈਜਟ ਚਲਾ ਰਿਹਾ ਹੈ, ਕੋਈ ਅਲੱਗ-ਅਲੱਗ ਆਪਰੇਸ਼ਨਸ ਦਿਖਾਏ ਜਾਂਦੇ। ਦੈਟ ਇਜ਼ ਐਕਚੁਅਲ ਵਰਕਸ਼ਾਪ ਆਫ ਦਾ ਐਕਚੁਅਲ ਇੰਪਲੀਮੈਂਟੇਸ਼ਨ ਆਫ ਦਾ ਲਰਨਡ ਨੌਲੇਜ। ਤਾਂ ਅਸੀਂ ਕਹਿੰਦੇ ਹਾਂ ਕਿ ਉਸ ਤਰ੍ਹਾਂ ਦੀ ਐਬਿਲਿਟੀ ਅਸੀਂ ਕੋਈ ਡਿਵੈਲਪ ਨਹੀਂ ਕਰ ਰਹੇ। ਵੀ ਨੈਵਰ ਬੋਦਰ ਅਬਾਊਟ ਕਿ ਕੁਝ ਆਉਂਦਾ ਕਿ ਨਹੀਂ ਆਉਂਦਾ ਉਸ ਤਰ੍ਹਾਂ ਦਾ ਅਪਲਾਈ ਕਰਨਾ। ਵੀ ਜਸਟ ਡਿਪੈਂਡ ਅਪਨ ਦਾ ਮੈਮੋਰਾਈਜ਼ਿੰਗ ਪਾਵਰ। ਔਰ ਬੱਚੇ ਨੇ ਕੀ ਵੋਮਿਟ ਕੀਤਾ ਹੈ ਕਾਲ ਕਰਕੇ, ਅਸੀਂ ਉਸੇ ਨੂੰ ਕਹਿੰਦੇ ਆ ਕਿ ਦੈਟ ਪਰਸਨ ਇਜ਼ ਅ ਬ੍ਰਿਲੀਅੰਟ। ਅਸੀਂ ਸਾਡੀ ਡਿਗਰੀ ਦੇ ਵਿੱਚ 80% ਜਾਂ 골ਡ ਮੈਡਲ ਹੋਣ ਦਾ ਮਤਲਬ ਹੈ ਕਿ ਉਸ ਪਰਸਨ ਦੀ ਰਿਕਾਲ ਅੱਛੀ ਹੈ ਔਰ ਉਹ ਵੋਮਿਟ ਕਰ ਸਕਦਾ, ਉਹ ਬਹੁਤ ਅੱਛਾ ਕ੍ਰੈਮਰ ਹੈ। ਤਾਂ ਇਹ ਐਬਿਲਿਟੀ ਹੈ। ਅਦਰਵਾਈਜ਼ ਜਦੋਂ ਅਸੀਂ ਐਕਚੁਅਲ 'ਚ ਦੇਖਦੇ ਹਾਂ ਦੇ ਆਰ ਬਿਗ ਫੇਲੀਅਰ। ਮੋਸਟਲੀ ਜਿਹੜੇ ਹੈ 골ਡ ਮੈਡਲ ਜਿਹੜੇ ਹੈਗੇ ਆ ਉਹਨਾਂ 'ਚੋਂ ਸਕਸੀਡ ਕਰਨ ਵਾਲੇ ਬਹੁਤ ਥੋੜੇ ਹੁੰਦੇ ਆ, ਕਿਉਂਕਿ ਬਾਅਦ 'ਚ ਫਰਸਟ੍ਰੇਟ ਹੁੰਦੇ ਆ ਜਦੋਂ ਉਹਨਾਂ ਨੂੰ ਐਕਚੁਅਲ ਅਪਲਾਈ ਕਰਨਾ ਪੈਂਦਾ ਐਂਡ ਦੇ ਆਰ ਨਾਟ ਸਕਸੈਸਫੁਲ। ਤਾਂ ਫਿਰ ਉਹ ਬੜਾ ਇੱਕ ਪਰਸਨੈਲਿਟੀ ਡਿਲੀਮਾ ਹੁੰਦਾ ਹੈ। ਅਗਲੀ ਗੱਲ ਉਹ ਕਹਿੰਦੇ ਆ ਕਿ ਡਿਸਕ੍ਰਾਈਬ ਦਾ ਟੈਕਸਟ ਬੁੱਕ ਰਿਮੇਨਸ ਦਾ ਬੀ ਆਲ ਐਂਡ ਆਲ। ਉਹ ਕਹਿੰਦੇ ਆ ਕਿ ਟੈਕਸਟ ਬੁੱਕ ਹੀ ਸਾਡਾ ਮੇਜਰ ਸੋਰਸ ਹੈ। ਸਾਡੀ ਐਜੂਕੇਸ਼ਨ ਟੈਕਸਟ ਬੁੱਕ ਤੋਂ ਸ਼ੁਰੂ ਹੁੰਦੀ ਹੈ, ਟੈਕਸਟ ਬੁੱਕ ਤੇ ਖਤਮ ਹੋ ਜਾਂਦੀ ਹੈ। ਸਾਡਾ ਟੀਚਰ ਟੈਕਸਟ ਬੁੱਕ ਤੋਂ ਬਾਹਰ ਨਹੀਂ ਨਿਕਲਦਾ, ਸਾਡਾ ਸਟੂਡੈਂਟ ਵੀ ਟੈਕਸਟ ਬੁੱਕ ਤੋਂ ਬਾਹਰ ਨਹੀਂ ਨਿਕਲਦਾ। ਉਹਦੇ ਵਾਸਤੇ ਜੋ ਟੈਕਸਟ ਬੁੱਕ 'ਚ ਮਿਲ ਗਿਆ ਬਸ ਉਹੀ ਉਹਨੇ ਪੜ੍ਹਨਾ ਹੈ। ਜਿਵੇਂ ਬੀਐਡ 'ਚ ਤੁਸੀਂ ਆਏ ਹੋ ਤਾਂ ਇੱਕ ਰੋਜ਼ਾਨਾ ਕੁਐਸਚਨ ਹੈ, ਖਾਸ ਤੌਰ ਤੇ ਮੇਰੀ ਕਲਾਸ 'ਚ ਬੜੀ ਵਾਰ ਕੁਐਸਚਨ ਹੋਇਆ, ਸਰ ਇੱਕ ਬੁੱਕ ਦੱਸ ਦਿਓ ਸਾਨੂੰ, ਕੋਈ ਇੱਕ ਬੁੱਕ ਜਿਹਦੇ ਤੋਂ ਅਸੀਂ ਸਿਲੇਬਸ ਤਿਆਰ ਕਰੀਏ। ਤਾਂ ਮੇਰਾ ਹਰ ਵਾਰ ਜਵਾਬ ਹੁੰਦਾ ਕਿ ਮਤਲਬ ਟੀਚਰ ਕਾਂਟ ਡਿਪੈਂਡ ਅਪਨ ਸਿੰਗਲ ਡਾਕੂਮੈਂਟ। ਅਸੀਂ ਇੱਕ ਬੁੱਕ ਤੇ ਡਿਪੈਂਡ ਹੀ ਨਹੀਂ ਕਰ ਸਕਦੇ। ਔਰ ਇੱਕ ਅੱਛੀ ਗੱਲ ਹੈ ਕਿ ਜਦੋਂ ਵੀ ਅਸੀਂ ਬੁੱਕਸ ਲਿਖਦੇ ਹਾਂ ਬੀਐਡ ਦੀਆਂ, ਅਸੀਂ ਜਾਣਬੁੱਝ ਕੇ ਇੱਕ ਯੂਨਿਟ ਪੂਰ ਰੱਖਦੇ ਹਾਂ
ਤਾਂ ਕਿ ਕੋਈ ਪਰਸਨ ਸਿਰਫ ਇੱਕੋ ਆਥਰ ਤੇ ਡਿਪੈਂਡ ਨਾ ਕਰੇ। ਇੱਕ ਟੈਕਟ ਵੀ ਹੈ ਔਰ ਇੱਕ ਟੈਕਨੀਕ ਵੀ ਹੈ ਕਿ ਬੱਚੇ ਨੂੰ ਮਲਟੀਪਲ ਜਿਹੜਾ ਟੈਕਸਟ ਨੇ ਉਹਨਾਂ ਨਾਲ ਮਲਟੀਪਲ ਸੋਰਸਸ ਨੂੰ ਸਰਚ ਕਰਨ ਦੀ ਹੈਬਿਟ ਪਾਈ ਜਾਵੇ, ਤਾਂ ਕਿ ਉਹ ਅੱਗੋਂ ਜਦੋਂ ਟੀਚਰ ਬਣੇਗਾ that person should be capable to develop that habit in future generation। ਤਾਂ ਇਹ ਇੱਕ ਬਹੁਤ ਵੱਡਾ ਹੈ। ਔਰ ਸਿਰਫ ਟੈਕਸਟ ਬੁੱਕ ਤੇ ਹੀ ਕਿਉਂ ਡਿਪੈਂਡ ਕਰਦੇ ਆ, ਕਿਉਂ ਅਸੀਂ ਜਿਹੜੇ ਹੈ ਅਦਰ ਸੋਰਸਸ ਉਹਨਾਂ ਦੀ ਗੱਲ ਨਹੀਂ ਕਰਦੇ। ਜਿਵੇਂ ਮੈਂ ਕਹਿੰਦਾ ਕਿ ਤੁਸੀਂ ਟੈਕਸਟ ਬੁੱਕ ਤੇ ਇਕਨੋਮਿਕਸ ਨਹੀਂ ਪੜ੍ਹਾ ਸਕਦੇ, ਸਾਨੂੰ ਇਕਨੋਮਿਕਸ ਪੜ੍ਹਾਉਣ ਲਈ ਅਸੀਂ ਬੜੇ ਸਾਰੇ ਸੋਰਸਸ ਦੀ ਗੱਲ ਕਰਦੇ ਹਾਂ ਕਿ ਬਜਟ ਰਿਪੋਰਟ ਦੇਖੋ, ਵਰਲਡ ਬੈਂਕ ਰਿਪੋਰਟ ਦੇਖੋ, ਤੁਸੀਂ ਪੂਅਰਸ ਐਂਡ ਸਟੈਂਡਰਡਸ ਦੀ ਰਿਪੋਰਟ ਦੇਖੋ, ਤੁਸੀਂ ਹੰਗਰ ਇੰਡੈਕਸ ਦੀ ਰਿਪੋਰਟ ਦੇਖੋ, ਤੁਸੀਂ ਮੂਡੀਜ਼ ਦੀ ਰਿਪੋਰਟ ਦੇਖੋ, ਤੁਸੀਂ ਫੋਰਬਸ ਦੀ ਰਿਪੋਰਟ ਦੇਖੋ, ਤੁਸੀਂ ਜਿਹੜਾ ਹੈ ਸੈਂਸਸ ਰਿਪੋਰਟ ਦੇਖੋ, ਤੁਸੀਂ ਆਪਣਾ ਇਕਨੋਮਿਕ ਸਰਵੇ ਦੇਖੋ, ਤੁਸੀਂ ਸਟੈਟਿਸਟੀਕਲ ਅਬਸਟ੍ਰੈਕਟ ਦੇਖੋ। ਦੈਟ ਮੀਨ ਵੀ ਹੈਵ ਟੂ ਡਿਪੈਂਡ ਅਪਨ। ਤਾਂ ਸਾਡੇ ਸਿਰਫ ਇੱਕੋ ਹੀ ਟੈਕਸਟ ਤੇ ਡਿਪੈਂਡ ਕਰਨ ਵਾਲੀ ਜਿਹੜੀ ਗੱਲ ਹੈ, ਸਾਰੀ ਟੀਚਿੰਗ ਪ੍ਰੋਸੈਸ ਉਸ ਕਿਤਾਬ ਤੇ ਡਿਪੈਂਡ ਕਰਦਾ, ਉਹਦੇ ਜੋ ਲਿਖਿਆ ਦੈਟ ਇਜ਼ ਅਲਟੀਮੇਟ ਨੌਲੇਜ। ਅਗਲੀ ਗੱਲ ਹੈ bearing the exceptions, our textbooks appear to have written primarily to convey the information rather than to make the children think and explore। ਸਾਡੀਆਂ ਕਿਤਾਬਾਂ ਸਪੂਨ ਫੀਡ ਕਰਦੀਆਂ ਨੇ, ਬੱਚੇ ਨੂੰ ਰੈਡੀਮੇਡ ਮਟੀਰੀਅਲ ਦਿੰਦੀਆਂ ਨੇ ਕਿ ਇੱਥੋਂ ਸ਼ੁਰੂ ਕਰਨਾ ਜੀ, ਇੱਥੇ ਕੁਐਸਚਨ ਖਤਮ ਹੋ ਜਾਏਗਾ, ਔਰ ਕੋਈ ਚਾਂਸ ਨਹੀਂ ਛੱਡਦੀਆਂ ਜਿਹਦੇ ਵਿੱਚ ਬੱਚੇ ਲਈ ਕੋਈ ਇਸ ਤਰ੍ਹਾਂ ਦੀ ਐਕਸਰਸਾਈਜ਼ ਹੋਵੇ where they have to apply their own cognition, ਜਿੱਥੇ ਉਸ ਨੂੰ ਆਪਣੀ ਨੌਲੇਜ ਆਪਣੇ ਬ੍ਰੇਨ ਨੂੰ ਯੂਜ਼ ਕਰਨਾ ਹੋਵੇ। ਇਸ ਤਰ੍ਹਾਂ ਦੀ ਟੈਕਸਟ ਸਾਡੇ ਨਹੀਂ ਹੈ ਬੁੱਕ ਆਉਂਦੀਆਂ। ਸਾਡੇ ਪ੍ਰੈਕਟਿਸ ਜਿਹੜਾ ਹੈ ਪਿੱਛੇ ਜਿਹੜੀ ਵਰਕ ਬੁੱਕ ਦੀ ਟਾਈਪ ਚ ਆਉਣੀ ਚਾਹੀਦੀ ਹੈ, ਉਹ ਸਾਡੇ ਕੋਲ ਨਹੀਂ ਹੈ, ਜਿੱਥੇ ਬੱਚਾ ਜਿਹੜਾ ਹੈ ਪ੍ਰੈਕਟਿਸ ਕਰ ਸਕੇ ਜਾਂ ਕੁਝ ਇਸ ਤਰ੍ਹਾਂ ਦਾ ਟਾਸਕ ਜਾਂ ਪ੍ਰੋਜੈਕਟ ਸਾਡੇ ਨਹੀਂ ਨੇ। ਅਗਲੀ ਗੱਲ ਉਹ ਕਹਿੰਦੇ ਆ ਕਿ ਲੈਂਗੁਏਜ ਟੈਕਸਟ ਬੁੱਕਸ ਆਰ ਨਾਟ ਰਿਟਨ ਫਰੋਮ ਦਾ ਚਾਈਲਡਸ ਪੁਆਇੰਟ ਆਫ ਵਿਊ। ਅਸੀਂ ਕਹਿੰਦੇ ਆ ਕਿ ਬਹੁਤ ਰੇਅਰ ਹੈ ਕਿ ਜਿਹੜੀਆਂ ਟੈਕਸਟ ਬੁੱਕਸ ਨੇ ਉਹ ਉਹਨਾਂ ਵਿੱਚ ਜਿਹੜਾ ਭਾਸ਼ਾ ਭਾਵੇਂ ਲਿਖੀ ਜਾਂਦੀ ਹੈ ਉਹ ਏਡੀ ਕੋਈ ਇੰਟੈਲੈਕਚੁਅਲ ਭਾਸ਼ਾ ਹੁੰਦੀ ਹੈ ਕਿ ਬੱਚੇ ਦੀ ਵੋਕੈਬਲਰੀ ਦਾ ਹਿੱਸਾ ਨਹੀਂ ਹੁੰਦੀ ਉਹ। ਫਿਰ ਕਹਿੰਦੇ ਆਬਜ਼ਰਵੇਸ਼ਨ ਇਜ਼ ਡਿਸਕਸਡ ਔਰ ਹਾਰਡਲੀ ਪਰਮਿਟਡ। ਫਿਰ ਮੇਰੇ ਕੋਲ ਉਹੀ ਇੱਕ ਐਗਜ਼ਾਮਪਲ ਆਉਂਦੀ ਹੈ ਜਦੋਂ 3 ਇਡੀਅਟ ਦੀ ਅਸੀਂ ਗੱਲ ਕਰਦੇ ਹਾਂ। 3 ਇਡੀਅਟ 'ਚ ਉਹ ਇੱਕ ਮਸ਼ੀਨ ਦੀ ਡੈਫੀਨੇਸ਼ਨ ਦੇਣ ਦੀ ਗੱਲ ਕਰਦਾ ਹੈ ਪ੍ਰੋਫੈਸਰ। ਯਾਦ ਹੈ ਤੁਹਾਨੂੰ ਸਾਰਿਆਂ ਨੂੰ? ਯੈਸ ਸਰ। ਹਾਂ, ਤਾਂ ਉਹ ਆਪਣੀ ਆਬਜ਼ਰਵੇਸ਼ਨ 'ਚ ਦੱਸਣ ਦੀ ਗੱਲ ਕਰਦਾ, ਕਹਿੰਦਾ ਕਿ ਕੀ ਹੈ, ਜਿਪ ਵੀ ਇੱਕ ਮਸ਼ੀਨ ਹੈ। that was accurate example of that first hand information ਕਿ ਜਿਹੜੀ ਤੁਹਾਡੇ ਕੋਲ ਇਮੀਡੀਏਟ ਲੀਵਰ ਦੇ ਤੌਰ ਤੇ ਕੰਮ ਕਰਦਾ ਹੈ, ਕਿ ਜਿਹੜਾ ਸਾਡੇ ਐਫਰਟਸ ਨੂੰ ਘੱਟ ਕਰਦਾ ਹੈ, ਲੀਵਰ ਹੈ ਉਹਦੇ ਵਿੱਚ। ਤਾਂ ਲੀਵਰ ਇਜ਼ ਅ ਮਸ਼ੀਨ। ਪਰ ਉਹ ਪ੍ਰੋਫੈਸਰ ਕੀ ਚਾਹੁੰਦਾ ਹੈ? ਪ੍ਰੋਫੈਸਰ ਚਾਹੁੰਦਾ ਉਹੀ ਜਿਹੜਾ ਰੱਟੂ ਇੱਕ ਉਹਨਾਂ ਵਿੱਚ ਹੈ ਲੜਕਾ, ਉਹਦਾ ਪਤਾ ਨਹੀਂ ਕੀ ਨਾਮ ਹੈ, ਕਿ ਉਹ ਜਦੋਂ ਡੈਫੀਨੇਸ਼ਨ ਦੱਸਦਾ ਹੈ ਤਾਂ ਉਹ ਬੜੀ ਫਿਰ ਉਹ ਕਹਿੰਦਾ ਇਸ ਨੂੰ ਬੜਾ ਪ੍ਰੇਜ਼ ਕਰਦਾ, ਦੇਖੋ ਦਿਸ ਇਜ਼ ਐਕਚੁਅਲ ਡੈਫੀਨੇਸ਼ਨ। ਤਾਂ ਉਹ ਉਸ ਤੋਂ ਬਾਅਦ ਉਹ ਇੱਕ ਇਨਸੀਡੈਂਟ ਜੁੜਦਾ ਜਦੋਂ ਬਾਹਰ ਕੱਢ ਦਿੰਦਾ, ਤਾਂ ਉਸ ਤੋਂ ਬਾਅਦ ਉਹ ਵਾਪਸ ਆਉਂਦਾ ਤਾਂ ਉਹ ਕਹਿੰਦਾ ਵਾਈ ਯੂ ਆਰ ਅਗੇਨ ਹੇਅਰ। ਉਹ ਫਿਰ ਇੱਕ ਡੈਫੀਨੇਸ਼ਨ ਦਿੰਦਾ ਬੁੱਕ ਦੀ। ਯਾਦ ਹੈ ਤੁਹਾਨੂੰ? ਹਾਂਜੀ ਸਰ, ਪੂਰੀ ਬੁੱਕ ਹੀ ਦਿੰਦਾ। ਤਾਂ ਫਿਰ ਉਹ ਪ੍ਰੋਫੈਸਰ ਨੂੰ ਕਹਿੰਦਾ ਕਿ ਤੂੰ ਇਹਨੂੰ ਸਿੰਪਲੀ ਵੀ ਦੱਸ ਸਕਦਾ ਸੀ। ਕਹਿੰਦਾ ਪਹਿਲਾਂ ਕੋਸ਼ਿਸ਼ ਕੀਤੀ ਸੀ, ਤੇਰੇ ਸਮਝ ਨਹੀਂ ਆਇਆ। ਤਾਂ ਮਤਲਬ ਅਸੀਂ ਅਬਜ਼ਰਵ ਜਿਹੜਾ ਹੈ, ਅਸੀਂ ਉਸ ਤਰ੍ਹਾਂ ਦੀ ਸਿੰਪਲ ਜਾਂ ਆਪਣੇ ਸ਼ਬਦਾਂ 'ਚ ਗੱਲ ਕਹਿਣ ਦਾ ਜਿਹੜਾ ਹੁਨਰ ਹੈ, ਜਿਹੜੀ ਐਕਸਪ੍ਰੈਸ਼ਨ ਹੈ, ਅਸੀਂ ਉਸ ਨੂੰ ਫੇਥ ਨਹੀਂ ਕਰਦੇ। ਅਸੀਂ ਚਾਹੁੰਦੇ ਹਾਂ ਹਾਰਡਲੀ ਉਹੀ ਜੋ ਕੁਝ ਪਹਿਲਾਂ ਲਿਖਿਆ ਹੋਇਆ ਹੈ ਉਹੀ ਅਸੀਂ ਉਸੇ ਤਰ੍ਹਾਂ ਨਾਲ ਹੀ ਸਟਰਕਚਰਡ ਵੇ ਨਾਲ ਕਰੀਏ। ਅਗਲੀ ਗੱਲ ਹੈ ਕਿ ਸਿਲੇਬਸ ਜਿਹੜਾ ਹੈ ਉਹ ਫਰਸਟ੍ਰੇਟਿੰਗ ਹੈ, ਮੀਨਿੰਗਲੈਸ ਹੈ, ਔਰ ਉਹ ਚਾਈਲਡ ਦੇ ਰੀਅਲ ਐਕਸਪੀਰੀਅੰਸ ਦਾ ਹਿੱਸਾ ਨਹੀਂ ਹੈ। ਖਾਸ ਤੌਰ ਤੇ ਮੇਰੇ ਕੋਲ ਬੱਚੇ ਜਦੋਂ ਨੇਬਰਿੰਗ ਦੇ ਆਉਂਦੇ ਆ, ਇੱਕ ਕੁਐਸਚਨ ਆਮ ਹੀ ਹੁੰਦਾ ਕਿ ਮਤਲਬ ਅੰਕਲ ਇਹ ਦੱਸੋ ਕਿ ਜਿਹੜਾ ਇਹ ਸਾਡਾ ਸਾਈਨ ਕੋਸਟ ਟੈਨ ਹੈ, ਥੀਟਾ ਹੈ, ਇਹ ਸਾਡੀ ਰੀਅਲ ਲਾਈਫ 'ਚ ਕਿੱਥੇ ਇੰਪਲੀਮੈਂਟ ਹੁੰਦਾ ਹੈ? ਹਾਲਾਂਕਿ ਉਹ ਰੀਅਲ ਲਾਈਫ ਇੰਪਲੀਮੈਂਟੇਸ਼ਨ ਹੈ, ਪਰ ਬੱਚੇ ਦੇ ਲੈਵਲ ਦੀ ਨਹੀਂ ਹੈ। ਅਸੀਂ ਉਸ ਨੂੰ ਮੈਟ੍ਰਿਕ 'ਚ ਕਿਉਂ ਪੜ੍ਹਾ ਰਹੇ ਹਾਂ? ਜਿਹਨੇ ਇੰਜੀਨੀਅਰਿੰਗ ਕਰਨੀ ਹੈ ਸਾਈਨ ਕੋਸਟ ਕਰ ਲਵੇ। ਜਿਹਨੇ ਇਹ ਦੇਖਣਾ ਹੈ ਕਿ ਜਿਹੜਾ ਕੰਸਟਰਕਸ਼ਨ ਦੇ ਵਿੱਚ ਮੈਂ ਬ੍ਰਿਜ ਜਿਹੜਾ ਹੈ ਉਸ ਦਾ ਐਂਗਲ ਕਿੰਨਾ ਦੇਣਾ ਹੈ ਔਰ ਉਸ ਨੂੰ ਸਲੈਂਟ ਕਿੰਨਾ ਕਰਨਾ ਹੈ ਜਿੱਥੇ ਟਰਨ ਹੋਵੇ, ਜਾਂ ਜਿਸਨੇ ਇਹ ਦੇਖਣਾ ਹੈ ਕਿ ਮੈਂ ਜਿਹੜੀ ਸਟੇਅਰ ਕੇਸ ਹੈ ਉਸ ਨੂੰ ਕਿੰਨੀ ਐਜ ਦੇਵਾਂ, ਕਿੰਨਾ ਐਂਗਲ ਦੇਵਾਂ ਕਿ ਉੱਥੇ ਉਹਦੇ ਉੱਪਰ ਚੜ੍ਹਨਾ ਜਿਹੜਾ ਹੈ ਆਸਾਨ ਹੋ ਜਾਵੇ, ਤਾਂ ਉਹ ਸਾਰਾ ਕੁਝ ਇੰਜੀਨੀਅਰਿੰਗ ਦਾ ਪਾਰਟ ਹੈ। ਵਾਈ ਵੀ ਆਰ ਇਨਕੋਰਪੋਰੇਟਿੰਗ ਸਚ ਟਾਈਪ ਆਫ ਕਰਿਕੂਲਮ ਇਨ ਦੈਟ ਬੇਸਿਕ ਕਲਾਸਿਸ? ਉਹ ਸਾਨੂੰ ਉੱਥੇ ਕਿਉਂ ਪੜਾਉਣਾ ਜ਼ਰੂਰੀ ਹੈ? ਅੱਛਾ, ਅਗਲੀ ਗੱਲ ਹੈ ਕਿ ਸਾਨੂੰ ਨੈਟ ਬੈਂਕਿੰਗ ਸਿਖਾਉਣੀ ਹੈ, ਹਾਊ ਟੂ ਕੈਲਕੂਲੇਟ ਦੈਟ ਕ੍ਰੈਡਿਟ ਕਾਰਡ ਇੰਟਰਸਟ ਰੇਟਸ, ਉਹ ਅਸੀਂ ਸਿਖਾਉਣਾ ਹੈ। ਇੰਸਟਾਲਮੈਂਟ ਸਿਖਾਉਣੀਆਂ ਨੇ। ਅਸੀਂ ਇਸ ਬਾਰੇ ਅਸੀਂ ਕੋਈ ਗੱਲ ਨਹੀਂ ਕਰ ਰਹੇ। ਤਾਂ ਅਸੀਂ ਐਕਚੁਅਲ ਜਿਹੜਾ ਹੈ ਐਕਸਪੀਰੀਅੰਸ ਬੱਚੇ ਦਾ ਉਸ ਤੋਂ ਬਾਹਰ ਦੂਰ ਲਿਜਾ ਕੇ ਜਿਹੜਾ ਹੈ ਇਹਦੇ ਤੇ ਕੰਮ ਕਰ ਰਹੇ ਹਾਂ। ਫਿਰ ਅਸੀਂ ਟਰਮ ਆਫ ਰੈਫਰੈਂਸਿਸ ਦੀ ਗੱਲ ਕਰਨੀ ਹੈ। ਉਹ ਕਹਿੰਦੇ ਆ ਕਿ ਟਰਮ ਆਫ ਰੈਫਰੈਂਸਿਸ ਦੇ ਵਿੱਚ ਉਹਨਾਂ ਨੇ ਕੀ ਕਿਹਾ ਹੈ? ਕੰਪੈਲ ਦ ਮਿਨਿਸਟਰੀ ਟੂ ਕੰਸਟੀਟਿਊਟ ਕਮੇਟੀ ਟੂ ਐਡਵਾਈਸ। ਪਹਿਲੀ ਗੱਲ,
ਐਡਵਾਈਸ ਦਾ ਵੇਜ਼ ਐਂਡ ਮੀਨਸ ਹੁਣੇ ਗੱਲ ਕੀਤੀ ਸੀ ਜਿਹਦੇ ਚ ਲਾਈਫਫੁਲ ਸਕਿਲਫੁਲ ਦੀ ਗੱਲ ਹੈ। ਸੈਕੰਡ ਜਿਹੜੀ ਟਰਮ ਦਿੱਤੀ ਗਈ ਉਹ ਸੀਗੀ ਕਿ the committee may examine all the aspects related to curricula, admission and exams, जिन्होंने उन्होंने क्या exit attainments at various levels and also look at the impact of examination and admission to the higher education institutes including the professional courses। ਉਹ ਕਹਿੰਦੇ ਆ ਕਿ ਸਾਨੂੰ ਇਸ ਤਰ੍ਹਾਂ ਦੇਖਣਾ ਹੈ ਕਿ ਸਾਡਾ ਕਰਿਕੂਲਮ ਕਿਵੇਂ ਦਾ ਹੋਵੇ, ਸਾਡਾ ਬੱਚੇ ਨੂੰ ਕਿਸੇ ਕੋਰਸ 'ਚ ਐਡਮਿਸ਼ਨ ਦੇਣ ਦਾ ਕ੍ਰਾਈਟੇਰੀਅਨ ਕੀ ਹੋਵੇ, ਔਰ ਸਾਡਾ ਐਗਜ਼ਾਮੀਨੇਸ਼ਨ ਦੇ ਟਾਈਮ ਤੇ ਬੱਚੇ ਕੋਲ ਮਿਨੀਮਮ ਕਿਹੜੀਆਂ ਜਿਹੜੀਆਂ ਐਬਿਲਿਟੀਜ਼ ਜਿਹੜੀਆਂ ਨੇ ਅਸੀਂ ਉਹ ਡਿਵੈਲਪ ਕਰੀਏ, ਤੇ ਉਹਨਾਂ ਐਬਿਲਿਟੀਜ਼ ਦੇ ਬੇਸ ਦੇ ਉੱਪਰ ਉਹ ਹਾਇਰ ਐਜੂਕੇਸ਼ਨ ਨੂੰ ਕਿਵੇਂ ਪਰਸੂ ਕਰ ਸਕਦਾ ਹੈ, ਜਾਂ ਉਹਨਾਂ 'ਚ ਐਂਟਰੀ ਲਈ ਉਹਨਾਂ ਨੂੰ ਕਿਹੜੀਆਂ ਮਿਨੀਮਮ ਰਿਕੁਆਇਰਮੈਂਟਸ ਚਾਹੀਦੀਆਂ ਨੇ, ਅਸੀਂ ਉਹਨਾਂ ਨਾਲ ਕਿਵੇਂ ਇਸ ਨੂੰ ਜੋੜ ਦਈਏ ਸਕੂਲ ਐਜੂਕੇਸ਼ਨ ਨੂੰ। ਇਹਦੇ ਬਾਰੇ 'ਚ ਉਹਨਾਂ ਨੇ ਰਿਕਮੈਂਡੇਸ਼ਨ ਦੇਣੀਆਂ ਨੇ। ਹੁਣ ਜਿਹੜਾ ਹੈ ਅਸੀਂ ਦੇਖਦੇ ਹਾਂ ਕਿ ਕਮੇਟੀ ਜਿਹੜੀ ਹੈ ਉਹਨੇ ਰੂਟ ਕਾਜ਼ ਕਿਹੜੇ ਦੱਸੇ। ਫਸਟ ਜਿਹੜਾ ਹੈ ਪ੍ਰਾਈਮਾ ਫੇਸੀ ਜਿਹੜਾ ਉਹਨਾਂ ਦੀ ਇਨਵੈਸਟੀਗੇਸ਼ਨ ਆਈ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਵਾਈ ਐਜੂਕੇਸ਼ਨ ਇਜ਼ ਅ ਬਰਡਨ, ਪ੍ਰੈਜ਼ੈਂਟ ਐਜੂਕੇਸ਼ਨ ਸਿਸਟਮ ਇਜ਼ ਵਾਈ ਬਰਡਨ। ਉਹ ਕਹਿੰਦੇ ਪਹਿਲਾ ਹੈ ਕਿ देयर इज अ ਮਿਸਕਨਸੈਪਸ਼ਨ ਅਬਾਊਟ ਨੌਲੇਜ ਐਂਡ ਇਨਫੋਰਮੇਸ਼ਨ। ਸਾਡੇ ਜਿਹੜੇ ਇੰਟੈਲੈਕਚੁਅਲਸ ਨੇ ਜਾਂ ਐਜੂਕੇਸ਼ਨਿਸਟ ਨੇ ਜਾਂ ਟੀਚਰਸ ਨੇ ਉਹਨਾਂ 'ਚ ਔਰ ਆਮ ਜਨਰਲ ਸੁਸਾਇਟੀ ਦੇ ਵਿੱਚ ਵੀ ਇੱਕ ਜਿਹੜੀ ਹੈ ਮਿਸਕਨਸੈਪਸ਼ਨ ਹੈ ਕਿ ਨੌਲੇਜ ਕਿਸ ਨੂੰ ਆਖਦੇ ਆ। ਆਮ ਤੌਰ ਤੇ ਇਹ ਇੱਕ ਡਿਲੇਮਾ ਜਾਂ ਇੱਕ ਕੰਟਰੋਵਰਸੀ ਜਿਹੜੀ ਹੈ 1990s ਦੇ ਵਿੱਚ ਜਿਹੜਾ ਹੈ ਸ਼ੁਰੂ ਹੋਈ, ਜਦੋਂ ਜਿਹੜਾ ਹੈ ਗੂਗਲ ਜਿਹੜਾ ਆਉਂਦਾ ਸਰਚ ਇੰਜਨ ਔਰ ਉਹਦੇ ਉੱਪਰ ਮਲਟੀਪਲ ਸੋਰਸਸ ਅਵੇਲੇਬਲ ਹੋ ਜਾਂਦੇ ਆ, ਔਰ ਯੂਰਪ ਨੇ ਇੱਕ ਵਾਰ ਇਹ ਕਹਿਣਾ ਸ਼ੁਰੂ ਕਰ ਦਿੱਤਾ ਨੋ ਵੀ ਡੋਂਟ ਹੈਵ ਨੀਡ ਆਫ ਟੀਚਰ, ਸਾਨੂੰ ਟੀਚਰ ਦੀ ਜ਼ਰੂਰਤ ਹੀ ਨਹੀਂ, ਹਰ ਚੀਜ਼ ਤਾਂ ਗੂਗਲ ਦੱਸ ਦਿੰਦਾ। ਤੁਸੀਂ ਸਹਿਮਤ ਹੋ ਇਹ ਸਾਰੇ ਇਸ ਨਾਲ ਵੀ ਗੂਗਲ ਹਰ ਚੀਜ਼ ਦੱਸ ਦਿੰਦਾ? No, sir. ਕੌਣ ਕਹਿੰਦਾ ਨੂੰ? ਸਰਚ ਕਰਕੇ ਦੇਖੋ, ਕੁਝ ਵੀ ਦੱਸ ਦਿੰਦਾ, ਬੰਬ ਬਣਾਉਣਾ ਵੀ ਦੱਸ ਦਿੰਦਾ, ਸਾਇਨਾਈਡ ਬਣਾਉਣਾ ਵੀ ਦੱਸ ਦਿੰਦਾ, But ਵਰਨਾ sir, ਸਾਨੂੰ ਇਹ ਵੀ ਤਾਂ ਪਤਾ ਹੋਣਾ ਚਾਹੀਦਾ ਕਿਹੜੀ knowledge appropriate ਹੈ। ਹਾਂਜੀ, ਨੌਲੇਜ ਕਿਹੜੀ ਕਿਹੜੀ knowledge appropriate ਹੈ। ਕਿਹੜੀ ਨੌਲੇਜ ਐਪਰੋਪ੍ਰੀਏਟ ਹੈ। ਅੱਛਾ, ਹੋਰ ਬਾਕੀ ਕੀ ਕਹਿੰਦੇ ਆ, ਦੂਸਰਿਆਂ ਦੇ ਕੀ ਵਿਚਾਰ ਆ ਬਈ? ਗਲਤ ਇਨਫੋਰਮੇਸ਼ਨ ਵੀ ਕਈ ਵਾਰ ਹੁੰਦੀ ਹੈ ਨੈਟ ਤੇ। ਸਰ ਪ੍ਰੈਕਟੀਕਲ ਨੌਲੇਜ ਨਹੀਂ ਮਿਲਦੀ। ਪ੍ਰੈਕਟੀਕਲ ਨੌਲੇਜ ਨਹੀਂ ਹੁੰਦੀ, ਕਿਉਂ ਨਹੀਂ ਹੁੰਦੀ? ਉਹ ਤਾਂ ਹੁਣ ਵੀਡੀਓ ਮਿਲ ਜਾਂਦੀ ਹੈ YouTube ਤੇ, ਕੀ ਬਣਾਉਣਾ ਹਰ ਚੀਜ਼ ਬਣਾਉਣੀ ਦੱਸ ਦਿੰਦੇ ਆ। सर जैसे स्कूल्स में या कॉलेज में हम खुद भी तो करके देखते ही हैं ना, मतलब एक इंस्ट्रक्टर की गाइडेंस में। ਹਾਂ, ਨਹੀਂ ਇਹ ਇਸ ਤੋਂ ਵੀ ਹਟ ਕੇ ਹੈ। ਅਸੀਂ ਇਹ ਕਹਿੰਦੇ ਆ ਕਿ ਜੋ ਫਸਟ ਕਲਿੱਕ ਤੇ ਤੁਹਾਨੂੰ ਗੂਗਲ ਫਾਰਮ ਦੇ ਕਰਨ ਨਾਲ ਫਰਕ ਹੁੰਦਾ। ਸਾਕਸ਼ੀ ਕੀ ਕਹਿ ਰਹੀ ਸੀ? ਸਰ ਅਗਰ ਉਹਦੇ ਜਿਹੜਾ ਪ੍ਰੈਕਟੀਕਲ ਸੀ ਉਹ ਵੀਡੀਓਸ ਦੇ ਵਿੱਚ ਡਿਫਰੈਂਸ ਬੱਚੇ ਆਵਾਜ਼ ਬ੍ਰੇਕ ਹੋ ਗਈ। ਅੱਛਾ ਚਲੋ, ਮੈਂ ਜੋ ਸਮਝ ਪਾਇਆ ਉਸ ਤੋਂ ਮੈਂ ਤੁਹਾਨੂੰ ਕਨਕਲੂਡ ਕਰਕੇ ਕੁਐਸਚਨਿੰਗ ਤੇ ਆਨਸਰਿੰਗ ਨਹੀਂ ਹੁੰਦੀ ਉੱਥੇ। ਕੁਐਸਚਨਿੰਗ ਆਨਸਰਿੰਗ ਇੰਟਰੈਕਸ਼ਨ ਨਹੀਂ ਹੈ, ਵਨ ਵੇ ਹੈ। ਅੱਜ ਕੱਲ ਤਾਂ ਉਹ ਵੀ ਨਹੀਂ ਹੈ। ਹੁਣ ਜਿਵੇਂ ਆਪਾਂ ਪੜ੍ਹ ਰਹੇ ਹਾਂ ਤਾਂ ਤੁਸੀਂ ਦੇਖੋ, ਮੈਂ ਤੁਹਾਨੂੰ ਕੁਐਸਚਨ ਕਰ ਰਿਹਾ, ਤੁਸੀਂ ਮੈਨੂੰ ਕੁਐਸਚਨ ਕਰ ਰਹੇ ਹੋ। ਥੋੜਾ ਜਿਹਾ ਟੀਚਰ ਦੀ ਹੈਗਾ ਇੱਕ ਨਾ, ਉਹਨਾਂ ਨੇ ਗੂਗਲ ਨੇ ਇੱਕ ਕੋਈ ਉਹ ਐਪ ਜੀ ਡਿਵੈਲਪ ਕੀਤੀ ਹੈ, ਉਹ ਅੱਜ ਕੱਲ ਮਸ਼ਹੂਰੀ ਵੀ ਦੇ ਰਿਹਾ। ਨਹੀਂ ਕੁਛ ਆਤਾ ਤਾਂ ਪੁੱਛੋ, ਹੈ ਨਾ, तो वो जवाब दे दिंदी है। की नाम है ਉਹਦਾ? ਈਵਾ ਪਤਾ ਨਹੀਂ ਕੀ ਇਸ ਤਰ੍ਹਾਂ ਦੀ ਕੁਝ ਡਿਵੈਲਪ ਕੀਤਾ ਉਹਨਾਂ ਨੇ, ਜਿਹੜੀ ਉਹ ਆਪਰੇਟ ਵੀ ਕਰਦੀ ਹੈ ਸਾਰੇ ਗੈਜਟ ਗੁਜਟ ਘਰ ਦੇ ਵਿੱਚ। ਕੀ ਨਾਮ ਹੈ ਉਹ ਲੜਕੀ ਦਾ? ਨਾਮ Alexa ਹੈ Alexa 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 सर Alexa। हाँ Alexa। और गूगल ने एक ना वॉइस ਚੈਟ ਜਿਹੜਾ ਹੈ ਵਾਇਸ ਰਿਸਪੌਂਸ ਦਿੱਤੇ ਆ ਕਿ ਤੁਸੀਂ ਬੋਲੋ ਤੇ ਉਹ ਤੁਹਾਡਾ ਟਾਈਪ ਕਰਕੇ ਤੇ ਉਹਦਾ ਆਨਸਰ ਵੀ ਦੱਬ ਦਿੰਦਾ। ਕਾਫੀ ਐਡਵਾਂਸ ਹੋ ਗਿਆ, ਪਰ ਫਿਰ ਵੀ ਜਿਹੜਾ ਕਨਸੈਪਸ਼ਨ ਹੈ ਉਹਦੀ ਗੱਲ ਕਰਦੇ ਹਾਂ। ਮਿਸਕਨਸੈਪਸ਼ਨ ਇਹ ਹੈ ਕਿ ਜਿਹੜਾ ਫਸਟ ਕਲਿੱਕ ਤੇ ਤੁਹਾਨੂੰ ਮਿਲਦਾ ਹੈ 20 ਪੇਜ 200 ਪੇਜ, ਅੱਗੇ ਅੱਗੇ ਸਰਚ ਕਰਦੇ ਜਾਓ ਤੁਸੀਂ, ਉਹ ਅਗਲੇ ਪੇਜ ਤੇ ਚਲੇ ਜਾਓ ਫਿਰ 20 ਖੁੱਲ ਜਾਂਦੇ ਆ। that is information. There is a big difference between information and a knowledge. Information is a raw data. raw data ਦਾ ਕੀ ਮਤਲਬ ਹੈ ਕਿ ਜਿਹੜਾ ਗੂਗਲ ਤੇ ਤੁਸੀਂ ਫਸਟ ਸਰਚ ਕਰਦੇ ਹੋ, ਮੈਂ ਕੋਈ ਪੇਜ ਲਿਖਿਆ ਗੂਗਲ ਤੇ ਅਪਲੋਡ ਕਰ ਦਿੱਤਾ, ਉਹ ਪੂਰੇ ਵਰਲਡ 'ਚ ਅਵੇਲੇਬਲ ਹੈ, ਉਹ ਮੇਰਾ ਵਿਊ ਪੁਆਇੰਟ ਹੈ, ਜਰਨਲਾਈਜ਼ ਇਨਫੋਰਮੇਸ਼ਨ ਥੋੜਾ ਹੈ, ਉਹ ਨੌਲੇਜ ਥੋੜਾ ਹੈ। ਐਵੇਂ ਹੀ ਮੇਰੇ ਵਰਗੇ 200 ਬੰਦੇ ਨੇ ਉਸੇ ਟੌਪਿਕ ਤੇ ਇੱਕ ਇੱਕ ਪੈਰਾ ਲਿਖ ਕੇ ਪਾ ਦਿੱਤਾ, ਉਹ ਸਾਰਾ ਹੀ ਤੁਹਾਨੂੰ ਵਿਜ਼ੀਬਲ ਹੋ ਗਿਆ। ਕੀ ਉਹ ਸਾਰੀ ਨੌਲੇਜ ਹੈ? ਨੌਲੇਜ ਨਹੀਂ ਹੈ। ਨੌਲੇਜ ਕੀ ਹੁੰਦੀ ਹੈ? ਨੌਲੇਜ ਇਜ਼ ਅ ਪ੍ਰੋਸੈਸਡ ਡਾਟਾ। ਨੌਲੇਜ ਇਜ਼ ਅ ਸਿਸਟਮੈਟਿਕਲੀ ਪ੍ਰੋਸੈਸਡ ਐਂਡ ਐਨਾਲਾਈਜ਼ਡ ਟੂ ਰੀਚ ਔਨ ਦ ਕਨਕਲੂਜਨ।
ਨੌਲੇਜ ਜਿਹੜੀ ਹੈ ਉਹ ਪ੍ਰੋਸੈਸ ਕੀਤੀ ਜਾਂਦੀ ਹੈ। ਮੰਨ ਲਓ ਮੈਂ 10 ਪੇਜ ਪੜ੍ਹ ਕੇ ਆਵਾਂ, ਮੈਂ ਆ ਰਿਪੋਰਟ 200 ਪੇਜ ਦੀ ਹੈ, ਮੈਂ ਪੜ੍ਹੀ ਹੈ, ਮੈਂ ਕੀ ਤੁਹਾਨੂੰ 200 ਪੇਜ ਸੁਣਾ ਰਿਹਾ? ਮੈਂ ਉਹ 200 ਪੇਜ ਨੂੰ ਸ਼ਾਰਟ ਕਰਕੇ ਤੁਹਾਡੇ ਅੰਡਰਸਟੈਂਡ ਕਰਨ ਦੀ ਐਬਿਲਿਟੀ ਦੇ ਅਕੋਰਡਿੰਗ ਉਹਨੂੰ ਕੰਸਾਈਜ਼ ਕਰਕੇ ਦੱਸ ਰਿਹਾ। ਜਿਵੇਂ ਆ ਨੌਲੇਜ ਤੇ ਇਨਫੋਰਮੇਸ਼ਨ ਦੀ ਜੇ ਤੁਸੀਂ ਜਿਹੜੀ ਹੈ ਡਿਬੇਟ ਪੜ੍ਹਨੀ ਹੋਵੇ 2000 ਪੇਜ ਤੁਹਾਨੂੰ ਮਿਲ ਜਾਣਗੇ ਨੌਲੇਜ ਔਰ ਇਨਫੋਰਮੇਸ਼ਨ ਦੀ। ਕੁਝ ਲੋਕ ਨੌਲੇਜ ਨੂੰ ਹੀ ਸਪੋਰਟ ਕਰਦੇ ਆ। ਯੂਰਪ ਪਹਿਲਾਂ 2000 ਤੱਕ ਨੌਲੇਜ ਨੂੰ ਸਪੋਰਟ ਕਰਦਾ ਰਿਹਾ, ਉਹ ਕਹਿੰਦੇ ਵੀ ਆਰ ਗੋਇੰਗ ਟੂ ਰਿਪਲੇਸ ਦ ਟੀਚਰ। ਫਿਰ ਇੰਡੀਅਨ ਜਿਹੜਾ ਹੈ ਥਿੰਕਰਸ ਨੇ ਕਿਹਾ ਕਿ ਯੂ ਕਾਂਟ ਰਿਪਲੇਸ ਦ ਟੀਚਰ ਬਿਕੋਜ਼ ਆਵਰ ਗੈਜਟਸ ਆਰ ਜਸਟ ਪ੍ਰੋਵਾਈਡਿੰਗ ਫਸਟ ਹੈਂਡ ਇਨਫੋਰਮੇਸ਼ਨ ਐਂਡ that is a raw data. The role of the teacher is to analyze and process the information to make it understandable for the student. ਤਾਂ ਟੀਚਰ ਦਾ ਰੋਲ ਇਹ ਰਹੇਗਾ ਕਿ ਉਹ ਬਹੁਤ ਕੁਝ ਨੂੰ ਕੰਸਾਈਜ਼ ਕਰਕੇ ਸਟੂਡੈਂਟ ਦੀ ਸਮਝ ਆਉਣ ਵਾਸਤੇ ਦੱਸੇਗਾ। ਤਾਂ ਨੌਲੇਜ ਇਹ ਹੈ, ਇੱਕ ਤਾਂ ਇਹ ਕਨਸੈਪਟ ਹੈ। ਤੇ ਸਾਡੇ ਕਰਿਕੂਲਮ 'ਚ ਕੀ ਹੈ ਕਿ ਸਭ ਕੁਝ ਐਡ ਕਰਨਾ ਚਾਹੁੰਦੇ ਆ, ਜੋ ਆਉਂਦਾ ਅਸੀਂ ਉਸ ਨੂੰ ਐਡ ਕਰੀ ਜਾ ਰਹੇ ਹਾਂ। ਕਦੇ ਕਹਿੰਦੇ ਆ ਕਿ এনवायरमेंटल ਸਾਇੰਸਸ ਲੈ ਆਓ, ਕਦੇ ਕਹਿੰਦੇ ਆ ਰਿਲੀਜੀਅਸ ਡਿਵਿਨਿਟੀ ਲੈ ਆਓ, ਕਦੇ ਕਹਿੰਦੇ ਆ ਕੁਝ ਹੋਰ ਨਵਾਂ ਐਡ ਕਰ ਦਿਓ, ਫਿਰ ਸਸਟੇਨੇਬਲ ਡਿਵੈਲਪਮੈਂਟ ਲੈ ਆਓ, ਪਤਾ ਨਹੀਂ ਕਿੰਨੇ ਕੁ ਟੌਪਿਕ ਐਡ ਕਰਨੇ ਆ ਅਸੀਂ। ਪਰ ਅਸੀਂ ਨੌਲੇਜ ਵੱਲ ਨਹੀਂ ਆ ਰਹੇ, ਅਸੀਂ ਇਨਫੋਰਮੇਸ਼ਨ ਦੇਣਾ ਚਾਹੁੰਦੇ ਹਾਂ ਬੱਚੇ ਨੂੰ ਕਿ ਸਭ ਕੁਝ ਥੋੜਾ ਥੋੜਾ ਪੜ੍ਹਾ ਦਿਓ। ਉਹਦੇ ਨਾਲ ਕੀ ਹੋ ਰਿਹਾ, ਬੁੱਕਸ ਦਾ ਸਾਈਜ਼ ਵੱਡਾ ਹੋ ਰਿਹਾ, ਕੰਟੈਂਟ ਦਾ ਏਰੀਆ ਵੱਡਾ ਹੋ ਰਿਹਾ, ਸਟੂਡੈਂਟ ਤੇ ਪ੍ਰੈਸ਼ਰ ਬਣ ਰਿਹਾ। ਅਗਲਾ ਹੈ ਆਈਸੋਲੇਸ਼ਨ ਆਫ ਐਕਸਪਰਟ ਫਰਮ ਕਲਾਸਰੂਮ ਰਿਐਲਿਟੀਜ਼। ਜਿਹੜਾ ਕਿਤਾਬ ਲਿਖ ਰਿਹਾ ਹੈ ਜਾਂ ਜਿਹੜਾ ਪਲਾਨਰ ਹੈ, ਜਿਹੜਾ ਐਡਮਿਨਿਸਟ੍ਰੇਟਰ ਹੈ, ਜਿਹੜਾ ਪਾਲਿਸੀ ਮੇਕਰ ਹੈ, ਉਹ ਰੀਅਲ ਕਲਾਸਰੂਮ 'ਚ ਉਹਦਾ ਐਕਸਪੀਰੀਅੰਸ ਹੀ ਨਹੀਂ ਹੈ। ਉਹ ਆਈਐਸ ਬਣਿਆ, ਆਈਐਸ ਬਣਨ ਤੋਂ ਬਾਅਦ ਉਹ ਕਿਸੇ ਸੈਕਟਰੀ ਐਜੂਕੇਸ਼ਨ ਬਣ ਗਿਆ ਔਰ ਉਹ ਆਪਣੇ ਆਈਡੀਆ ਦੇ ਅਕੋਰਡਿੰਗ ਕਲਾਸਰੂਮ ਰਿਐਲਿਟੀ ਤੋਂ ਬਾਹਰ ਜਾ ਕੇ ਪਰੇ ਬਿਨਾਂ ਜਾਣੇ ਉਹ ਆਪਣੇ ਅਕੋਰਡਿੰਗ ਮੈਨੇਜਮੈਂਟ ਦੀਆਂ ਸਕਿੱਲ ਲਗਾ ਕੇ ਜਿਹੜੀਆਂ ਉਹਨਾਂ ਨੂੰ ਸਿਖਾਈਆਂ ਜਾਂਦੀਆਂ ਨੇ ਟ੍ਰੇਨਿੰਗ 'ਚ, ਉਹ ਮੈਨੇਜਮੈਂਟ ਦੀਆਂ ਸਕਿੱਲ ਦੇ ਨਾਲ ਕਰਿਕੂਲਮ ਡਿਜ਼ਾਈਨ ਕਰਦਾ। ਇਸ ਤਰ੍ਹਾਂ ਕਰਿਕੂਲਮ ਡਿਜ਼ਾਈਨ ਨਹੀਂ ਹੁੰਦਾ। ਗਰਾਊਂਡ ਰਿਐਲਿਟੀ ਆਰ ਟੋਟਲੀ ਡਿਫਰੈਂਟ। ਜਦੋਂ ਅਸੀਂ ਕਹਿੰਦੇ ਆ ਇੰਨਾ ਕਰਿਕੂਲਮ ਪੜ੍ਹਾ ਦਿਓ, ਮੰਨ ਲਓ ਤੁਸੀਂ ਇੱਕ ਜਿਵੇਂ ਸਾਡੇ ਇੱਥੇ ਹੋਇਆ ਸਮੈਸਟਰ ਸਿਸਟਮ ਤਾਂ ਹੋ ਗਿਆ, ਪਰ ਕਰਿਕੂਲਮ ਅਸੀਂ ਐਨੂਅਲ ਜਿੰਨਾ ਹੀ ਰੱਖਿਆ। ਸਾਡਾ ਇੰਨਾ ਕਰਿਕੂਲਮ ਹੈ ਜੇ 2 ਸਮੈਸਟਰ ਵੀ ਹੁਣ ਅਸੀਂ ਪੂਰਾ ਨਹੀਂ ਕਰਾ ਸਕਦੇ, ਫਿਰ ਭਜਾਉਣਾ ਪੈਂਦਾ ਜਿਵੇਂ ਮੈਂ ਤੁਹਾਨੂੰ ਪੜ੍ਹਾ ਰਿਹਾ ਹੁਣ ਬਹੁਤ ਤੇਜ਼ੀ ਨਾਲ। ਤਾਂ ਕਿਉਂਕਿ ਟੀਚਰ ਨੂੰ ਪਤਾ ਹੈ ਕਿ ਮੇਰੀ ਕਲਾਸ 'ਚ ਸਲੋ ਲਰਨਰ ਵੀ ਹੈ, ਜੇ ਮੈਂ ਬਹੁਤ ਫਾਸਟ ਪੜਾਵਾਂਗਾ ਤਾਂ ਸਲੋ ਲਰਨਰ ਪਿੱਛੇ ਰਹਿ ਜਾਏਗਾ। ਮੇਰੀ ਕਲਾਸ 'ਚ ਐਵਰੇਜ ਲਰਨਰ ਵੀ ਹੈ ਜਿਹਨੂੰ ਬੜਾ ਟਿਕਾ ਕੇ ਪੜਾਉਣਾ ਪਏਗਾ, ਸਮਝਾਉਣਾ ਪਏਗਾ ਔਰ ਉਹਦੀ ਐਲੈਬੋਰੇਸ਼ਨ ਦੇ ਟਾਈਮ ਲੱਗੇਗਾ ਹਰ ਚੀਜ਼ ਤੇ। ਗਿਫਟਡ ਥੋੜਾ ਹੈ ਕਿ ਮੈਂ ਸੈਂਟੈਂਸ ਦਵਾਂਗਾ ਤਾਂ ਉਹ ਆਪੇ ਸਮਝ ਆਏਗਾ, ਇਸ ਤਰ੍ਹਾਂ ਨਹੀਂ ਹੈ। ਗਰਾਊਂਡ ਰਿਐਲਿਟੀ ਟੋਟਲ ਡਿਫਰੈਂਟ ਨੇ। ਇਸ ਕਾਰਨ ਜਿਹੜਾ ਹੈ ਕਰਿਕੂਲਮ ਜਿਹੜਾ ਉਸ ਨੂੰ ਇੰਪਲੀਮੈਂਟ ਕਰਦੇ ਆ ਜਿਹੜੀਆਂ ਪ੍ਰੋਬਲਮ ਆਉਂਦੀਆਂ ਨੇ ਉਹਦੇ ਬਾਰੇ ਜਿਹੜਾ ਪਲਾਨਰ ਹੈ ਉਸ ਨੂੰ ਕੋਈ ਪਤਾ ਨਹੀਂ ਹੈ। ਇਸੇ ਕਾਰਨ ਓਵਰਬਰਡਨ ਹੁੰਦਾ ਜਾ ਰਿਹਾ। ਫਿਰ ਹੈ ਸੈਂਟਰਲਾਈਜ਼ਡ ਕਰੈਕਟਰ ਆਫ ਕਰਿਕੂਲਮ ਕੰਸਟਰਕਸ਼ਨ। ਇਹ ਕਿਹਾ ਜਾ ਰਿਹਾ ਕਿ ਪੂਰੇ ਨੇਸ਼ਨ ਲਈ ਇੱਕੋ ਹੀ ਕਰਿਕੂਲਮ ਹੋਏਗਾ। ਅੱਜ ਕੱਲ ਤਾਂ ਇਹ ਬੁਖਾਰ ਬਹੁਤ ਹੀ ਜ਼ਿਆਦਾ ਹੈ, ਵਨ ਨੇਸ਼ਨ, ਵਨ ਸਾਰਾ ਕੁਝ ਹੀ, ਵਨ ਲੈਂਗੁਏਜ, ਵਨ ਟੈਕਸ, ਵਨ ਫਲਾਣਾ, ਵਨ ਟਮਕਾਣਾ। ਤਾਂ ਇਸ ਤਰ੍ਹਾਂ ਨਹੀਂ ਹੈ। ਰੀਜਨਲ ਡਿਸਪੈਰਿਟੀ ਹੈ, ਐਥਨਿਕ ਡਿਸਪੈਰਿਟੀ ਹੈ, ਸੋਸ਼ੋ ਇਕਨੋਮਿਕ ਡਿਸਪੈਰਿਟੀ ਹੈ, ਲੋਕਾਂ ਦੇ ਫੇਥ ਦਾ ਫਰਕ ਹੈ ਔਰ ਸਾਨੂੰ ਕਰਿਕੂਲਮ ਬੱਚੇ ਦੇ ਰੀਅਲ ਐਕਸਪੀਰੀਅੰਸ ਨਾਲ ਜੋੜਨਾ ਹੋਏਗਾ ਔਰ ਸਾਨੂੰ ਬੱਚੇ ਦੇ ਫਸਟ ਹੈਂਡ ਐਕਸਪੀਰੀਅੰਸ ਚੋਂ ਜਿਹੜਾ ਹੈ ਕੰਟੈਂਟ ਨੂੰ ਕੋਰਿਲੇਟ ਕਰਨਾ ਹੋਏਗਾ। ਤਾਂ ਇਸ ਕਾਰਨ ਇਹ ਬਹੁਤ ਵੱਡਾ ਇੱਕ ਡਰਾਬੈਕ ਹੈ ਕਿ ਅਸੀਂ ਜੋ ਪੜਾਉਣਾ ਚਾਹੁੰਦੇ ਆ ਉਹ ਉੱਪਰੋਂ ਟਾਪ ਅਥਾਰਟੀ ਡਿਸਾਈਡ ਕਰਕੇ ਸਾਨੂੰ ਭੇਜ ਦਿੰਦੀ ਹੈ। ਕਨਵੈਨਸ਼ਨ ਆਫ ਦ ਟੀਚਰ ਟੂ ਦ ਟੈਕਸਟ। ਉਹ ਕਹਿੰਦੇ ਆ ਕਿ ਟੀਚਿੰਗ ਜਿਹੜੀ ਹੈ ਉਹ ਟੈਕਸਟ ਬੇਸਡ ਹੈ। ਹਰ ਕੋਈ ਨੋਟਸ ਮੰਗਦਾ, ਹਰ ਕੋਈ ਕਿਤਾਬ ਤੋਂ ਪੜਾਉਣਾ ਚਾਹੁੰਦਾ। ਕੋਈ ਸਰਵੇ ਦੀ ਗੱਲ ਨਹੀਂ ਕਰਦਾ, ਕੋਈ ਕੋਆਪਰੇਟਿਵ ਲਰਨਿੰਗ ਦੀ ਗੱਲ ਨਹੀਂ ਕਰਦਾ, ਕੋਈ ਪ੍ਰੋਜੈਕਟ ਬੇਸਡ ਲਰਨਿੰਗ ਦੀ ਗੱਲ ਨਹੀਂ ਕਰਦਾ, ਕੋਈ ਪ੍ਰੈਕਟੀਕਲ ਐਕਸਪੀਰੀਅੰਸਿਸ ਦੀ ਗੱਲ ਨਹੀਂ ਕਰਦਾ। ਹਰ ਕੋਈ ਬਸ ਸ਼ਬਦ ਪੜਾਉਂਦਾ, ਸ਼ਬਦ ਪੜ੍ਹਦਾ ਔਰ ਸ਼ਬਦ ਹੀ ਲਿਖੇ ਜਾਂਦੇ ਆ ਪੇਪਰ 'ਚ, ਉਹੀ ਚੱਕ ਹੋ ਜਾਂਦੇ ਆ। ਅਗਲਾ ਹੈ ਕੰਪੀਟੀਸ਼ਨ ਬੇਸਡ ਸੋਸ਼ਲ ਐਥੋਸ। ਅਸੀਂ ਕਹਿੰਦੇ ਆ ਕਿ ਜਿਹੜੀਆਂ ਈਥੋਸ ਨੇ ਉਹ ਇਸ ਤਰ੍ਹਾਂ ਦੀਆਂ ਨੇ ਕਿ ਸਮਾਜ ਦੇ ਵਿੱਚ ਇੱਕ ਕੰਪੀਟੀਸ਼ਨ ਹੈ ਕਿ ਮੈਂ ਹਰ ਕੋਈ ਚਾਹੁੰਦਾ ਮੇਰਾ ਬੇਟਾ ਡਾਕਟਰ ਤੇ ਇੰਜੀਨੀਅਰ ਬਣ ਜਾਵੇ, ਬਸ ਇੱਕ ਹੀ ਦੌੜ ਹੈ। ਜੇ ਬਹੁਤ ਉਸ ਤੋਂ ਉਚਲੀ ਕੋਈ ਦੌੜ ਰੱਖਦਾ ਤਾਂ ਕਹਿੰਦਾ ਆਈਐਸ ਪੀਸੀਐਸ ਬਣ ਜਾਵੇ। ਜੇ ਫਿਰ ਅੱਜ ਕੱਲ੍ਹ ਤਾਂ ਇੱਕ ਹੋਰ ਦੌੜ ਵੀ ਲੱਗ ਗਈ ਹੈ ਕਿ ਹਰ ਕੋਈ ਆਇਲਸ ਕਲੀਅਰ ਕਰਕੇ ਤੇ ਕੈਨੇਡਾ ਚਲਾ ਜਾਵੇ। ਤਾਂ ਸਾਡਾ ਕੰਪੀਟੀਸ਼ਨ ਇਸ ਤਰ੍ਹਾਂ ਦਾ ਹੈ ਕਿ ਅਸੀਂ ਜੋ ਦੂਸਰਾ ਕਰ ਰਿਹਾ ਅਸੀਂ ਉਹੋ ਜਿਹਾ ਕਰਨਾ ਚਾਹੁੰਦੇ ਹਾਂ। ਜਦੋਂ ਅਸੀਂ ਤਾਰੇ ਜ਼ਮੀਨ ਪਰ ਪਿਕਚਰ ਦੇਖਦੇ ਹਾਂ ਤਾਂ ਉੱਥੇ ਇੱਕ ਕਨਸੈਪਟ ਰੱਖਿਆ ਜਾਂਦਾ। ਉਸ ਫਿਲਮ ਦਾ ਥੀਮ ਇਹ ਹੈ ਕਿ ਐਵਰੀ ਚਾਈਲਡ ਇਜ਼ ਡਿਫਰੈਂਟ। ਅਸੀਂ ਹਰ ਬੱਚੇ ਨੂੰ ਇੱਕੋ ਕੰਪੀਟੀਸ਼ਨ 'ਚ ਦੌੜਨ ਲਈ ਮਜਬੂਰ ਨਹੀਂ ਕਰ ਸਕਦੇ, ਪਰ ਸਾਡਾ ਸਾਰਾ ਸਿਸਟਮ ਇਹੀ ਕਹਿੰਦਾ ਹੈ ਕਿ 90% ਹਰ ਕੋਈ ਲੈ ਕੇ ਆਵੇ ਔਰ ਜਿਹਦੇ 90 ਤੋਂ ਘੱਟ ਆਉਂਦੇ ਆ। ਅੱਜ ਕੱਲ ਤਾਂ ਹੋਰ ਹੀ ਰੌਲਾ ਹੋ ਗਿਆ। ਉਹ ਮੇਰੇ ਭਾਂਜੀ ਹੈ ਤਾਂ ਉਹ ਪੁੱਛ ਰਹੇ ਸੀ 101%, 102% ਆਏ CBSE ਚੋਂ।
ਮੈਨੂੰ ਕਈ ਵਾਰ ਸਮਝ ਨਹੀਂ ਆਉਂਦੀ ਵੀ ਇਹ 102% ਕਿਵੇਂ ਆ ਜਾਂਦੇ ਆ। ਪਰ ਹੁਣ ਇਹ ਦੌੜ ਹੈ ਵੀ 100% ਆਏ ਕਿ ਨਹੀਂ। 99 ਵਾਲੇ ਨੂੰ ਵੀ ਐਂ ਹੀ ਦੇਖਦੇ ਆ ਜਿਵੇਂ ਬੜਾ ਗਰੀਬ ਜਿਹਾ ਹੁੰਦਾ ਕੋਈ, ਤਾਂ ਸਾਡੇ ਟਾਈਮ 'ਚ 60% ਮਤਲਬ ਬੜਾ ਐਂ ਸਮਝਦੇ ਸੀ ਵੀ ਸਮਰਾਟ ਹੀ ਆ ਸੀ। ਐਬਸੈਂਸ ਆਫ ਦਾ ਅਕੈਡਮਿਕ ਈਥੋਸ। ਅਗਲੀ ਗੱਲ ਹੈ ਕਿ ਸਾਡੇ ਟੀਚਰ ਜਿਹੜੇ ਨੇ ਉਹ ਟੀਚਰ ਇਸ ਕਰਕੇ ਬਣਦਾ ਜਦੋਂ ਕੁਝ ਨਹੀਂ ਕਰ ਸਕਦਾ ਤਾਂ ਟੀਚਰ ਬਣਦਾ। ਜਿਸ ਨੂੰ ਐਂ ਲੱਗਦਾ ਕਿ IAS ਵੀ ਕਲੀਅਰ ਨਹੀਂ ਹੋਣਾ, PCS ਵੀ ਕਲੀਅਰ ਨਹੀਂ ਹੋਣਾ, ਬੈਂਕ ਵੀ ਕਲੀਅਰ ਨਹੀਂ ਹੋਣਾ, ਡਿਫੈਂਸ ਵੀ ਕਲੀਅਰ ਨਹੀਂ ਹੋਣਾ, ਤਾਂ ਉਹ ਕਹਿੰਦਾ B.Ed ਕਰ ਲਓ ਟੀਚਰ ਬਣ ਜਾਂਦੇ ਆ। ਦੂਸਰੀ ਗੱਲ, ਜਿਹਨੂੰ ਐਂ ਲੱਗਦਾ ਕਿ ਮੈਂ ਮਲਟੀਨੈਸ਼ਨਲ ਦੇ ਪ੍ਰੈਸ਼ਰ 'ਚ ਕੰਮ ਨਹੀਂ ਕਰ ਸਕਦਾ, ਜਾਂ ਮੈਂ ਇੰਨਾ ਹਾਰਡ ਵਰਕ ਨਹੀਂ ਕਰ ਸਕਦਾ, ਮੈਂ ਇੰਨਾ ਡਿਸਪਲਿਨਡ ਨਹੀਂ ਆ, ਉਹ ਕਹਿੰਦਾ ਟੀਚਰ ਬਣ ਜਾਓ, ਬਹੁਤ ਛੁੱਟੀਆਂ ਨੇ ਔਰ 8 ਤੋਂ 2 ਹਾਫ ਡੇ ਦੀ ਵਰਕਿੰਗ ਹੈ, ਪ੍ਰੈਸ਼ਰ ਕੋਈ ਹੈ ਨਹੀਂ, ਗਵਰਨਮੈਂਟ ਸਕੂਲ ਹੈ, ਜੌਬ ਮਿਲ ਗਈ, ਪੇਰੈਂਟਸ ਜਿਹੜੇ ਨੇ ਅਨਪੜ੍ਹ ਨੇ, ਸਾਨੂੰ ਕੌਣ ਪੁੱਛਣ ਵਾਲਾ, ਅਸੀਂ ਰਾਜੇ ਹਾਂ, ਤਾਂ ਤਨਖਾਹ ਵਾਧੂ ਹੈ। ਤਾਂ ਇਸ ਕਾਰਨ ਸਾਡੇ ਇੱਥੇ ਅਕੈਡਮਿਕ ਈਥੋਸ ਦਾ ਐਬਸੈਂਸ ਹੈ ਔਰ ਕੋਈ ਵੀ ਕੰਮ ਕਰਨ ਲਈ ਰੈਡੀ ਨਹੀਂ ਹੈ ਔਰ ਕੋਈ ਵੀ ਪ੍ਰੈਕਟੀਕਲ ਐਜੂਕੇਸ਼ਨ 'ਚ ਫੇਥ ਨਹੀਂ ਕਰਦਾ। ਹੁਣ ਜਿਹੜੀਆਂ ਇਹਦੀਆਂ ਰਿਕਮੈਂਡੇਸ਼ਨਸ ਨੇ ਉਹਨਾਂ ਤੇ ਅਸੀਂ ਗੱਲ ਕਰਦੇ ਹਾਂ ਕਿ ਰਿਕਮੈਂਡੇਸ਼ਨ ਦੇ ਵਿੱਚ ਪਹਿਲੀ ਰਿਕਮੈਂਡੇਸ਼ਨ ਜਿਹੜੀ ਇਹਦੇ ਵਿੱਚ ਕੀਤੀ ਗਈ ਹੈ ਉਹ ਹੈ ਕਿ ਇੱਕ ਨੋਸ਼ਨ ਹੈ ਕਿ ਨੌਲੇਜ ਐਕਸਪਲੋਜ਼ਨ ਐਂਡ ਵੀ ਹੈਵ ਟੂ ਕੈਚ ਅਪ ਸਿੰਡਰਮ। ਇਹ ਕਿਹਾ ਜਾ ਰਿਹਾ ਕਿ ਨੌਲੇਜ ਐਕਸਪੈਂਡ ਹੋ ਰਹੀ ਹੈ, ਰੋਜ਼ ਨਵੀਆਂ ਨਵੀਆਂ ਚੀਜ਼ਾਂ ਆ ਰਹੀਆਂ ਨੇ ਕਿ ਸਾਨੂੰ ਸਾਰੇ ਕਿਸੇ ਨੂੰ ਆਪਣੇ ਅੰਦਰ ਲੈ ਕੇ ਆਉਣਾ ਹੈ, ਉਹ ਸਾਰੇ ਕਾਸੇ ਨਾਲ ਮੈਚ ਕਰਨਾ ਹੈ, ਕੈਚ ਕਰਨਾ ਹੈ, ਉਸ ਨੂੰ ਫੜਨਾ ਹੈ। ਕਮੇਟੀ ਜਿਹੜੀ ਹੈ ਉਹਨੇ ਕਿਹਾ ਕਿ ਸਾਨੂੰ ਇਸ ਤੇ ਡਿਸਕਸ਼ਨ ਕਰਨਾ ਚਾਹੀਦਾ ਹੈ। They are centrally connected with the image of our civilization and self-esteem and societal goals। ਉਹ ਕਹਿੰਦੇ ਆ ਕਿ ਜੋ ਕੁਝ ਸਾਰੇ ਜਗ੍ਹਾ ਤੇ ਹੋ ਰਿਹਾ ਹਰ ਸਮਾਜ 'ਚ, ਕੀ ਸਾਡੇ ਸਮਾਜ ਲਈ ਉਹ ਰੈਲੀਵੈਂਸ ਰੱਖਦਾ, ਕੀ ਸਾਡੇ ਕਲਚਰ ਨਾਲ ਉਹ ਜੁੜਦਾ, ਕੀ ਸਾਡੀ ਜ਼ਰੂਰਤ ਹੈ ਸਮਾਜ ਦੀ ਕਿ ਅਸੀਂ ਉਸ ਨੂੰ ਪੜ੍ਹਾਈਏ। ਜੇ ਉਹ ਨਹੀਂ ਹੈ ਤਾਂ why we have to bother about, ਫਿਰ ਸਾਨੂੰ ਉਹਦੇ ਬਾਰੇ ਕਿਉਂ ਸੋਚਣਾ ਚਾਹੀਦਾ। ਇਹ ਜਿਹੜਾ ਸਿੰਡਰਮ ਹੈ ਸਾਨੂੰ ਇਹ ਸਿੰਡਰਮ ਨੂੰ ਡ੍ਰੌਪ ਕਰਨਾ ਪਏਗਾ। ਸਾਡੀ ਆਪਣੀ ਅਕੈਡਮਿਕਸ, ਸਾਡੀ ਆਪਣੀ ਥਿੰਕਿੰਗ, ਸਾਡੀਆਂ ਨੀਡਸ ਜਿਹੜੀਆਂ ਨੇ ਕਿ ਉਹ ਸਾਡੀਆਂ ਪ੍ਰੋਬਲਮ ਨੂੰ ਸੋਲਵ ਕਰਦਾ ਹੈ। ਜੇ ਸਾਡੀਆਂ ਪ੍ਰੋਬਲਮ ਨੂੰ ਸੋਲਵ ਨਹੀਂ ਕਰਦਾ ਤਾਂ ਫਿਰ ਵਾਈ ਵੀ ਹੈਵ ਟੂ ਕੈਚ ਦੈਟ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਮੋਦੀ ਜੀ ਨੇ ਕੀ ਕੀਤਾ, ਕਹਿੰਦੇ ਆ ਕਿ ਬੁਲਟ ਟ੍ਰੇਨ ਲੈ ਕੇ ਆਉਣੀ ਹੈ। ਬੁਲਟ ਟ੍ਰੇਨ ਦਾ ਬੰਬੇ ਟੂ ਅਹਿਮਦਾਬਾਦ ਜਿਹੜਾ ਗੁਜਰਾਤ ਆਏਗੀ ਉਹਦਾ ਕਿਰਾਇਆ 18,000 ਰੁਪਇਆ ਇੱਕ ਟਿਕਟ ਦਾ ਹੈ। ਇੱਕ ਟਿਕਟ ਦਾ 18,000 ਹੈ। ਕਿੰਨੇ ਲੋਕ ਨੇ ਜਿਹੜੇ 18,000 ਸਪੈਂਡ ਕਰ ਸਕਦੇ ਆ। ਜੇ ਆਪਣੀ ਕਾਰ ਤੇ ਜਾਣਾ ਹੋਵੇ ਤਾਂ ਕਹਿੰਦੇ ਆ ਕਿ 5,000 ਦਾ ਤੇਲ ਜਾਣ ਦਾ ਲੱਗਦਾ ਤੇ 5,000 ਆਉਣ ਦਾ ਲੱਗਦਾ, 10,000 ਤੇ ਬੰਦਾ ਮੁੜ ਆਉਂਦਾ। ਤੇ ਜੇ ਉਹ ਬੁਲਟ ਟ੍ਰੇਨ ਤੇ ਮੁੜਨਾ ਹੋਏਗਾ ਤਾਂ 36,000 ਰੁਪਇਆ ਲੱਗੇਗਾ ਵਾਪਸੀ ਤੇ। ਕੀ ਉਹਦੀ ਸਾਨੂੰ ਜ਼ਰੂਰਤ ਸੀ? ਸਾਡੀ ਜ਼ਰੂਰਤ ਸਮਾਜ ਦੀ ਸੀ ਕਿ ਅਸੀਂ ਆਪਣੀਆਂ ਐਗਜ਼ਿਸਟਿੰਗ ਟ੍ਰੇਨ ਜਿਹੜੀਆਂ ਨੇ ਉਹਨਾਂ ਦੇ ਰੂਟਸ ਨੂੰ ਵੱਡਾ ਕਰਦੇ ਔਰ ਮਲਟੀਪਲ ਅਸੀਂ ਟ੍ਰੇਨ ਹੋਰ ਚਲਾਉਂਦੇ ਤਾਂ ਕਿ ਟ੍ਰੇਨ ਦੀ ਅਵੇਲੇਬਿਲਿਟੀ ਹੁੰਦੀ ਔਰ ਚੀਪ ਰੇਟ ਤੇ ਜਿਹੜਾ ਹੈ ਟਰਾਂਸਪੋਰਟ ਜਿਹੜੀ ਹੈ ਜਨਰਲ ਜਿਹੜੇ ਪੂਅਰ ਕਲਾਸ ਆ ਉਹਨੂੰ ਮਿਲ ਜਾਂਦੀ। ਅਸੀਂ 80-90 ਲੱਖ ਕਰੋੜ ਰੁਪਈਆ ਜਿਹੜਾ ਹੈ ਬੁਲਟ ਟ੍ਰੇਨ ਤੇ ਲਗਾ ਰਹੇ ਹਾਂ, ਜਿਹੜੇ ਸਾਡੀ ਜ਼ਰੂਰਤ ਨਹੀਂ ਹੈ। ਸਾਡੇ ਨਾਲ ਵੀ ਇਹੀ ਹੋ ਰਿਹਾ। ਸਮਾਜ 'ਚ ਜੋ ਵਾਪਰ ਰਿਹਾ ਸੀ ਉਹ ਸਾਰਾ ਕੁਝ ਆਪਣੇ ਇੱਥੇ ਲੈ ਕੇ ਆਉਣਾ ਚਾਹੁੰਦੇ ਹਾਂ, ਬਟ ਵੀ ਡੋਂਟ ਹੈਵ ਨੀਡ ਆਫ, ਸਾਨੂੰ ਜ਼ਰੂਰਤ ਨਹੀਂ ਸੀ ਉਸ ਚੀਜ਼ ਦੀ, ਅਸੀਂ ਉਸ ਨੌਲੇਜ ਪਿੱਛੇ ਵੀ ਭੱਜ ਰਹੇ ਹਾਂ। ਫਿਰ ਅਗਲੀ ਗੱਲ ਉਹ ਕਹਿੰਦੇ ਆ ਕਿ ਦ ਕੁਐਸਚਨ ਆਫ ਦ ਮੀਡੀਅਮ ਆਫ ਇੰਸਟਰਕਸ਼ਨ ਆਰ ਪਾਰਟਿਕੂਲਰਲੀ ਇਨ ਅਰਲੀ ਲਾਈਫ। ਜਦੋਂ ਅਸੀਂ ਬੇਸਿਕ ਐਜੂਕੇਸ਼ਨ ਦੇ ਰਹੇ ਹਾਂ ਉਸ ਟਾਈਮ ਦੇ ਉੱਪਰ ਜਿਹੜਾ ਮੀਡੀਅਮ ਆਫ ਇੰਸਟਰਕਸ਼ਨ ਹੈ ਇਹ ਬੜੀ ਵੱਡੀ ਸਮੱਸਿਆ ਹੈ। ਜਦੋਂ ਅਸੀਂ ਜਾਣਦੇ ਹਾਂ ਕਿ 65% ਪਾਪੂਲੇਸ਼ਨ ਬਿਲੋ ਪਾਵਰਟੀ ਲਾਈਨ ਹੈ ਇੰਡੀਆ ਦੇ ਵਿੱਚ ਔਰ ਦੇ ਆਰ ਨਾਟ ਗੋਇੰਗ ਟੂ ਕੰਟੀਨਿਊ ਹਾਇਰ ਐਜੂਕੇਸ਼ਨ, ਉਹਨਾਂ ਨੇ ਸਿਰਫ ਫ੍ਰੀ ਵਾਲੀ ਐਜੂਕੇਸ਼ਨ ਲੈਣੀ ਹੈ ਤੇ ਫ੍ਰੀ ਵਾਲੀ ਐਜੂਕੇਸ਼ਨ ਬੇਸਿਕ ਐਜੂਕੇਸ਼ਨ ਹੈ ਤੇ ਉਹ ਉਸ ਨੂੰ ਉਹਦੀ ਲੈਂਗੁਏਜ 'ਚ ਮਿਲ ਜਾਣੀ ਚਾਹੀਦੀ ਹੈ। ਜਦੋਂ ਉਹਨੇ ਹਾਇਰ ਐਜੂਕੇਸ਼ਨ ਲੈਣੀ ਨਹੀਂ ਹੈ, ਜਦੋਂ ਉਹਨੇ ਇੰਟਰਨੈਸ਼ਨਲੀ ਲੇਬਰ ਮਾਰਕੀਟ ਲਈ ਆਪਣੇ ਆਪ ਨੂੰ ਇਨੇਬਲ ਹੀ ਨਹੀਂ ਕਰਨਾ, ਜਦੋਂ ਉਹਨੇ ਆਪਣੇ ਆਪ ਨੂੰ ਸਕਿਲਡ ਹੀ ਨਹੀਂ ਕਰਨਾ, ਵਾਈ ਵੀ ਆਰ ਬੋਦਰਿੰਗ ਅਬਾਊਟ, ਸਾਨੂੰ ਜ਼ਰੂਰਤ ਕੀ ਪਈ ਹੈ ਕਿ ਉਹਨੂੰ ਇੰਗਲਿਸ਼ ਪੜ੍ਹਾਈ ਜਾਵੇ। ਕਿਉਂ ਨਹੀਂ ਅਸੀਂ ਉਹਨੂੰ ਸਮਝ ਆਉਣ ਵਾਲੀ ਭਾਸ਼ਾ 'ਚ ਪੜ੍ਹਾ ਦਿੰਦੇ ਤਾਂ ਕਿ ਉਹਨੂੰ ਕੋਈ ਗਿਆਨ ਦਾ ਪਤਾ ਲੱਗੇ ਕਿ ਕੀ ਚਾਰ ਸ਼ਬਦ ਨੇ। ਉਹ ਲੂਸੀ ਗ੍ਰੇ ਦਾ ਸੈਂਟਰਲ ਆਈਡੀਆ ਯਾਦ ਕਰਦੇ ਹਾਂ, ਸਾਡਾ ਜ਼ੋਰ ਲੱਗ ਜਾਂਦਾ ਸੀ ਜਦੋਂ ਅਸੀਂ 6th-7th ਦੇ ਵਿੱਚ ਸੀਗੇ ਔਰ ਉਹ ਸੈਂਟਰਲ ਆਈਡੀਆ ਯਾਦ ਨਹੀਂ ਹੁੰਦਾ ਰਿਹਾ। ਉਸ ਨੂੰ ਰੱਟਾ ਲਗਾਉਣਾ ਪਿਆ ਕਿਉਂਕਿ ਲੈਂਗੁਏਜ ਦੀ ਐਫੀਸ਼ੀਐਂਸੀ ਵਾਸਤੇ ਲੈਂਗੁਏਜ ਲੈਬ ਸਾਡੇ ਹੈ ਹੀ ਨਹੀਂ, ਫੋਨੈਟਿਕਸ ਸਾਡੇ ਸਿਖਾਈ ਨਹੀਂ ਗਈ, ਟੀਚਰ ਨੂੰ ਆਪ ਨੂੰ ਸੈਂਟੈਂਸ ਨਹੀਂ ਆਉਂਦਾ ਉਹ ਕਿੱਥੋਂ ਸਮਝਾਏਗਾ। ਤਾਂ ਅਸੀਂ ਕਹਿੰਦੇ ਹਾਂ ਕਿ ਜਿਹੜੀ ਉਹਦੀ ਨੇਟਿਵ ਲੈਂਗੁਏਜ ਹੈ, ਜਿਹੜੀ ਉਹਦੀ ਮਦਰ ਲੈਂਗੁਏਜ ਹੈ, ਜਿਹੜੀ ਉਹਦੀ ਰੀਜਨਲ ਲੈਂਗੁਏਜ ਹੈ, ਕਿਉਂ ਨਹੀਂ ਉਹਦੇ 'ਚ ਪੜ੍ਹਾਉਂਦੇ। ਜਿੰਨਾ ਕੰਟਰੀਜ਼ ਨੇ ਉਹਦੇ 'ਚ ਪੜ੍ਹਾਇਆ
ਜਾਪਾਨ ਤੁਹਾਡੇ ਕੋਲ ਹੈ, ਸਾਊਥ ਕੋਰੀਆ ਤੁਹਾਡੇ ਕੋਲ ਐਗਜ਼ਾਮਪਲ ਹੈ, ਚਾਈਨਾ ਤੁਹਾਡੇ ਕੋਲ ਐਗਜ਼ਾਮਪਲ ਹੈ। ਜਿਨ੍ਹਾਂ ਕੰਟਰੀਜ਼ ਨੇ ਆਪਣੀ ਨੇਟਿਵ ਲੈਂਗੁਏਜ ਦੇ ਵਿੱਚ ਬੱਚਿਆਂ ਨੂੰ ਜਿਹੜੀ ਐਜੂਕੇਸ਼ਨ ਦਿੱਤੀ, ਦੇ ਆਰ ਨਾਟ ਡਿਵੈਲਪਡ ਨੇਸ਼ਨਸ। ਉਹ ਡਿਵੈਲਪਡ ਨੇ ਕਿਉਂਕਿ ਉਹਨਾਂ ਨੇ ਆਪਣੀ ਮੈਡੀਕਲ ਐਜੂਕੇਸ਼ਨ, ਤੁਸੀਂ ਰਸ਼ੀਆ ਦੀ ਮੈਡੀਕਲ ਐਜੂਕੇਸ਼ਨ ਸਭ ਤੋਂ ਬੈਸਟ ਮੰਨੀ ਜਾਂਦੀ ਹੈ, ਜਾ ਕੇ ਦੇਖੋ ਰਸ਼ੀਅਨ 'ਚ ਕਰਾਉਂਦੇ ਆ, ਸਾਡੇ ਵਾਲੇ ਇੰਗਲਿਸ਼ 'ਚ ਕਰਾਉਂਦੇ ਆ। ਚਾਈਨਾ ਦੀ ਮੈਡੀਕਲ ਐਜੂਕੇਸ਼ਨ ਸੈਕੰਡ ਰੇਟਡ ਹੈ, ਜਾ ਕੇ ਦੇਖੋ ਚਾਈਨੀ ਲੈਂਗੁਏਜ 'ਚ ਕਰਾਉਂਦੇ ਆ। ਉਹਨਾਂ ਦੀ ਜੇ ਤੁਸੀਂ ਮੈਡੀਕਲ ਉੱਥੇ ਕੋਰਸ ਕਰਨਾ ਤਾਂ ਤੁਹਾਨੂੰ MBBS ਕਰਨ ਲਈ ਉਹਨਾਂ ਦੀ ਚਾਈਨੀਜ਼ ਲੈਂਗੁਏਜ ਸਿੱਖਣੀ ਪਏਗੀ। ਤਾਂ ਇਹ ਇੱਕ ਬੜਾ ਵੱਡਾ ਜਿਹੜਾ ਹੈ ਸਾਡੇ ਇੱਥੇ ਇੱਕ ਜਿਹਨੂੰ ਡੈਲੀਮਾ ਆਖਦੇ ਆ ਕਿ ਸਾਡਾ ਇੱਕ ਸੁਪੀਰੀਅਰ ਇਨਫੀਰੀਅਰਿਟੀ ਦਾ ਕੰਪਲੈਕਸ ਹੈ ਕਿ ਸਾਨੂੰ ਇੰਗਲਿਸ਼ ਆਉਂਦੀ ਹੈ ਤਾਂ ਅਸੀਂ ਸੁਪੀਰੀਅਰ, ਨਹੀਂ ਆਉਂਦੀ ਤਾਂ ਇਨਫੀਰੀਅਰ ਆ। ਔਰ ਰਵਿੰਦਰਨਾਥ ਟੈਗੋਰ ਵੀ ਇਹ ਕਹਿੰਦਾ ਹੈ ਕਿ ਬੱਚੇ ਨੂੰ ਜਿੰਨਾ ਚਿਰ ਤੁਸੀਂ ਮਦਰ ਲੈਂਗੁਏਜ ਨਹੀਂ ਸਿਖਾਓਗੇ ਉਹ ਆਪਣੀ ਥਾਟ ਨੂੰ ਜਿਹੜਾ ਹੈ ਓਰੀਜਨਲ ਥਾਟ ਨਾਲ ਨਹੀਂ ਜੁੜ ਪਾਏਗਾ, ਪ੍ਰੋਡਿਊਸ ਨਹੀਂ ਕਰ ਪਾਏਗਾ। ਅਗਲੀ ਗੱਲ ਉਹ ਕਹਿੰਦੇ ਆ ਕਿ ਸਾਨੂੰ ਇਹ ਵੀ ਦੇਖਣਾ ਪਏਗਾ ਕਿ extremely connected section of society continue to give more importance to elementary grace in the foreign language। ਜਿਹੜਾ elite ਹੈ ਉਹ ਅੱਜ ਵੀ ਕਹਿੰਦਾ ਕਿ ਨਹੀਂ ਜੀ ਵਿਦੇਸ਼ੀ ਭਾਸ਼ਾਵਾਂ 'ਚ ਪੜ੍ਹਾਓ, ਜਦੋਂ ਕਿ ਅਸੀਂ ਕਹਿੰਦੇ ਆ ਕਿ ਇੰਟੀਮੇਟ ਕਨੈਕਸ਼ਨ ਜਿਹੜਾ ਹੈ ਉਹ ਹੁੰਦਾ ਵਰਨਾਕੂਲਰ ਲੈਂਗੁਏਜ। ਵਰਨਾਕੂਲਰ ਮਤਲਬ ਤੁਹਾਡੀ ਆਪਣੀ ਦੇਸੀ ਭਾਸ਼ਾ। ਦੇਸੀ ਭਾਸ਼ਾ 'ਚ ਬੱਚਾ ਜੇਕਰ ਸਿੱਖੇਗਾ ਔਰ ਉਹ ਜਲਦੀ ਗਰੋ ਅਪ ਹੋਏਗਾ, ਉਹ ਜਲਦੀ ਅੰਡਰਸਟੈਂਡ ਕਰੇਗਾ। ਔਰ ਉਹ ਸਾਡੇ ਚੋਂ ਜ਼ਿਆਦਾਤਰ ਲੋਕ ਇਸ ਕਰਕੇ ਹਾਇਰ ਐਜੂਕੇਸ਼ਨ ਛੱਡ ਕੇ ਮੈਡੀਕਲ, ਤੁਹਾਡੇ ਚੋਂ ਕਿਸੇ ਨਾਲ ਹੋਇਆ ਕਿ ਮੈਡੀਕਲ ਸ਼ੁਰੂ ਕੀਤਾ, ਟੀਚਰ ਨੇ ਪਹਿਲੇ 3 ਦਿਨ ਇਹੋ ਜਿਹੀ ਅੰਗਰੇਜ਼ੀ ਬੋਲੀ ਸਾਨੂੰ ਲੱਗਾ ਸਮਝ ਨਹੀਂ ਆਉਣਾ, ਇਹ ਨਹੀਂ ਚੱਲਣਾ? ਕੋਈ ਹੈ ਸਾਥੀ ਆਪਣੇ ਚਾਹੇ ਦਾ ਮੈਡੀਕਲ ਛੱਡ ਕੇ ਫਿਰ ਆਪਾਂ ਕਮਰਸ ਰੱਖ ਲਈ? ਕਿਸੇ ਨਾਲ ਹੋਇਆ ਕਿ ਨਹੀਂ? ਹਾਂਜੀ नो सर। ਅੱਛਾ ਚਲੋ। ਸਾਡੇ ਪਿੰਡਾਂ ਦੇ ਸਟੂਡੈਂਟਸ ਨਾਲ ਬੜਾ ਇਹ ਹੁੰਦਾ ਕਿ ਉਹ ਜਿਹੜਾ ਬੜਾ ਇੰਟੈਲੀਜੈਂਟ ਸਟੂਡੈਂਟ ਹੁੰਦਾ ਉਹਨੂੰ ਟੀਚਰ ਵੀ ਪੁਸ਼ ਕਰ ਦਿੰਦੇ ਆ ਔਰ ਗੁਆਂਢੀ ਵੀ ਕਹਿ ਦਿੰਦੇ ਆ, ਪੇਰੈਂਟਸ ਦੀ ਐਸਪੀਰੇਸ਼ਨ ਹੁੰਦੀ ਹੈ ਤਾਂ ਉਹਨੂੰ ਮੈਡੀਕਲ ਰਖਾ ਦਿੰਦੇ ਆ। ਹੁਣ ਉਹ ਇੰਗਲਿਸ਼ ਉਹਦੀ ਮੇਰੇ ਵਰਗੀ ਹੁੰਦੀ ਹੈ ਤਾਂ ਉਹ 4 ਕੁ ਦਿਨ ਜਦੋਂ ਕਲਾਸਾਂ ਲਾਉਂਦਾ ਤਾਂ ਟੀਚਰ ਜਿਹੜੇ ਹੁੰਦੇ ਆ ਨਾ ਉਹ ਵੀ ਥੋੜੇ ਟੈਕਟਫੁਲ ਹੁੰਦੇ ਆ। ਉਹ ਜਿਹੜੇ ਮੈਡੀਕਲ ਵਾਲੇ ਟੀਚਰ ਹੁੰਦੇ ਆ 4 ਦਿਨ ਇੰਗਲਿਸ਼ ਤੋਂ ਥੱਲੇ ਨਹੀਂ ਉਤਰਦੇ, ਇੱਕ ਵੀ ਸ਼ਬਦ ਪੰਜਾਬੀ 'ਚ ਨਹੀਂ ਬੋਲਦੇ। ਉਹ 4 ਕੁ ਦਿਨ ਦੇਖਦਾ, ਕਹਿੰਦਾ ਯਾਰ ਸਮਝ ਤਾਂ ਕੁਛ ਆਉਂਦਾ ਨਹੀਂਗਾ, ਇਹ 'ਚੋਂ ਪਾਸ ਕਿੱਥੇ ਹੋਣਾ, ਉਹ ਛੱਡ ਕੇ ਤੇ ਹਿਊਮੈਨਿਟੀ 'ਚ ਆ ਜਾਂਦਾ ਸਿੱਧਾ ਹੀ। ਤਾਂ ਇਹ ਸਾਡੇ ਇੱਥੇ ਡੈਲੀਮਾ ਹੈ ਕਿ ਅਸੀਂ ਹਾਲੇ ਵੀ ਸੁਪੀਰੀਅਰਿਟੀ ਦਾ ਕਨਸੈਪਟ ਰੱਖਿਆ ਹੈ, ਜਦੋਂ ਕਿ ਜਿੱਥੇ ਰਿਸਰਚ ਹੋ ਰਹੀ ਹੈ, ਜਿੱਥੇ ਇਨੋਵੇਸ਼ਨ ਹੈ, ਜਿੱਥੇ ਆਈਡੀਆ ਡਿਵੈਲਪ ਹੋ ਰਿਹਾ, ਜਿੱਥੇ ਕੁਝ ਨਵਾਂ ਕ੍ਰੀਏਸ਼ਨ ਹੋ ਰਹੀ ਹੈ ਜਾਂ ਰਿਸਰਚ ਹੋ ਰਹੀ ਹੈ, ਉਹ ਸਾਰੀ ਮਦਰ ਲੈਂਗੁਏਜ ਦੇ ਕਾਰਨ ਪੋਸੀਬਲ ਹੋਈ ਹੈ। ਔਰ ਇਹਦੇ ਤੇ ਵੀ ਇੱਕ ਰਿਕਮੈਂਡੇਸ਼ਨ ਦਿੱਤੀ ਹੈ। ਬਾਕੀ ਗੱਲਾਂ ਆਪਾਂ ਆਉਣ ਵਾਲੇ ਦਿਨਾਂ 'ਚ ਕਰਾਂਗੇ। ਹੁਣ ਮੈਂ ਅਟੈਂਡੈਂਸ ਲਗਾ ਦਵਾਂ।